ਔਰ ਜਿਹੜੀ ਅਸੀਂ ਇਕੱਲਤਾ ਹੰਢਾ ਰਹੇ ਹਾਂ ਕਿ ਇੰਨੇ ਜਣਿਆਂ ਦੇ ਵਿੱਚ ਹੁੰਦਿਆਂ ਹੋਇਆਂ ਵੀ ਅਸੀਂ ਇਕੱਲੇ ਹਾਂ। ਉਸ ਇਕੱਲਤਾ ਦੀ ਗੱਲ ਜਿਹੜੀ ਬੜੀ ਖੂਬਸੂਰਤੀ ਦੇ ਨਾਲ ਜਿਹੜੀ ਦੋਸਤੋਵਸਕੀ ਕਰਦਾ ਹੈ, ਔਰ ਉਸ ਦੀ ਜਿਹੜੀ ਅਸੀਂ ਤੁਹਾਡੇ ਸਾਹਮਣੇ ਇੱਕ ਕ੍ਰੀਏਟਿਵ ਪ੍ਰੈਜੈਂਟੇਸ਼ਨ ਜਿਹੜੀ ਹੈ ਅਸੀਂ ਨਾਟਕ ਦੇ ਰਾਹੀਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਜਾ ਰਹੇ ਹਾਂ। ਸੋ ਇੱਕ ਵਾਰੀ ਫਿਰ ਬੇਨਤੀ ਹੈ ਕਿ ਪਲੀਜ਼ ਤੁਸੀਂ ਆਪਣੇ ਮੋਬਾਈਲ ਫੋਨ ਸਵਿਚ ਆਫ ਕਰ ਲੈਣਾ। ਔਰ ਅਸੀਂ ਇਸ ਦੇ ਵਿੱਚ ਜਿੱਥੇ ਸਪੇਸ ਦੇ ਨਾਲ ਅਸੀਂ ਖੇਡ ਰਹੇ ਹਾਂ, ਅਸੀਂ ਇਹਦੇ ਵਿੱਚ ਇੱਕ ਜਿਹੜਾ ਨੈਚੁਰਲ ਸੋਰਸ ਆਫ ਲਾਈਟਿੰਗ ਹੈ ਉਸ ਦੇ ਨਾਲ ਵੀ ਅਸੀਂ ਜਿਹੜਾ ਐਕਸਪੈਰੀਮੈਂਟ ਵੀ ਕਰ ਰਹੇ ਹਾਂ, ਉਹਦੇ ਨਾਲ ਖੇਡ ਵੀ ਰਹੇ ਹਾਂ ਕਿ ਅਸੀਂ ਬਿਲਕੁਲ ਥੀਏਟਰ ਦੀਆਂ ਜਿਹੜੀਆਂ ਟੈਕਨੀਕੈਲਿਟੀਜ਼ ਵਾਲੀਆਂ ਲਾਈਟਸ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਯੂਜ਼ ਨਾ ਕਰਦੇ ਹੋਏ ਬਿਲਕੁਲ ਨੈਚੁਰਲ ਜਿਹੜੀਆਂ ਸਾਡੇ ਘਰਾਂ 'ਚ ਲਾਈਟ ਹੁੰਦੀਆਂ ਅਸੀਂ ਯੂਜ਼ ਕਰਦੇ ਹਾਂ, ਉਹਨਾਂ ਨੂੰ ਯੂਜ਼ ਕਰਦੇ ਹੋਏ ਅਸੀਂ ਇਹ ਨਾਟਕ ਦੀ ਪੇਸ਼ਕਾਰੀ ਤੁਹਾਡੇ ਸਾਹਮਣੇ ਕਰ ਰਹੇ ਹਾਂ। ਸੋ ਅਸੀਂ ਬਿਨਾਂ ਕੋਈ ਹੋਰ ਗੱਲ ਕਰਦੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਕਰਦਾ ਕਹਿੰਦਾ ਵਾਂ, ਔਰ ਖਾਸ ਤੌਰ ਤੇ ਜਸਵੰਤ ਦਮਨ ਹੋਰੀ, ਕਿਉਂਕਿ ਚੰਡੀਗੜ੍ਹੋਂ ਸਪੈਸ਼ਲੀ ਅੱਜ ਦਮਨ ਸਾਹਿਬ ਇੱਥੇ ਨਹੀਂ ਹੈਗੇ, ਉਹ ਅਮਰੀਕਾ ਆਪਣੇ ਬੱਚਿਆਂ ਕੋਲ ਗਏ ਹੋਏ ਨੇ ਕੁਝ ਦਿਨ ਪਹਿਲੇ। ਤੇ ਮਿਸਿਸ ਦਮਨ ਉਹ ਔਰ ਇਹਦੀ ਖੂਬਸੂਰਤ ਗੱਲ ਇਹ ਵੀ ਹੈ ਕਿ ਜਦੋਂ ਅੱਜ ਤੋਂ 35 ਸਾਲ ਪਹਿਲੇ ਦਮਨ ਸਾਹਿਬ ਨੇ ਵੀ ਇਸ ਨਾਟਕ ਦੀ ਸਕ੍ਰਿਪਟ ਲਿਖੀ ਔਰ ਖੇਡੀ, ਔਰ ਉਸ ਵੇਲੇ ਮਿਸਿਸ ਦਮਨ ਇਹਦੇ ਵਿੱਚ ਨਾਲ ਰੋਲ ਨਿਭਾਇਆ ਕਰਦੀ ਸੀ 35 ਸਾਲ ਪਹਿਲੇ, ਔਰ ਅੱਜ ਉਹ ਇਸ ਨਾਟਕ ਦੀ ਦੁਬਾਰਾ ਜਿਹੜੀ ਪੁਨਰ ਸਿਰਜਣਾ ਹੋ ਰਹੀ ਹੈ ਉਸ ਦਾ ਇੱਕ ਰੂਪ ਜਿਹੜਾ ਵੇਖਣ ਲਈ ਸਾਡੇ ਦਰਮਿਆਨ ਆਏ ਨੇ। ਸੋ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ। ਸੋ ਦੋਸਤੋ ਤੁਸੀਂ ਸਾਰੇ ਹੀ ਕਿਉਂਕਿ ਕਲਾਕਾਰ ਔਰ ਸਾਰੇ ਹੀ ਬਹੁਤ ਇੰਪੋਰਟੈਂਟ ਬੁੱਧੀਜੀਵੀ ਵੀ ਔਰ ਰੰਗਮੰਚ ਨਾਲ ਜੁੜੇ ਹੋਏ ਵੀ, ਸਾਹਿਤ ਨਾਲ ਜੁੜੇ ਹੋਏ ਵੀ, ਔਰ ਔਲਖ ਸਾਹਿਬ ਵਰਗੀ ਹਸਤੀ ਵੀ ਸਾਡੇ ਦਰਮਿਆਨ ਬੈਠੀ ਹੋਈ ਹੈ, ਹੁੰਦਲ ਸਾਹਿਬ ਵੀ, ਭਾਟੀਆ ਸਾਹਿਬ ਵੀ, ਸਾਰੇ ਦੋਸਤ ਤੁਸੀਂ ਜਿੰਨੇ ਬੈਠੇ ਹੋਏ ਹੋ। ਸੋ ਦੋਸਤੋ ਫਿਰ ਜੀ ਆਇਆਂ, ਫਿਰ ਜੀ ਆਇਆਂ। ਔਰ ਪੇਸ਼ ਹੈ ਨਾਟਕ ਤੁਹਾਡੇ ਸਾਹਮਣੇ ਚਿੱਟੀਆਂ ਰਾਤਾਂ। ਤੁਸੀਂ ਮੈਨੂੰ ਆਪਣਾ ਹੱਥ ਫੜਾ ਦਿਓ, ਫੇਰ ਉਸਦੀ ਹਿੰਮਤ ਨਹੀਂ ਪਵੇਗੀ ਤੁਹਾਨੂੰ ਛੇੜਨ ਦੀ। ਦੇਖਿਆ ਜੀ, ਤੁਹਾਨੂੰ ਮੇਰੇ ਤੋਂ ਦੂਰ ਨਹੀਂ ਸੀ ਜਾਣਾ ਚਾਹੀਦਾ। ਮੈਨੂੰ ਤੁਹਾਡਾ ਪਤਾ ਨਹੀਂ ਸੀ, ਮੈਂ ਸੋਚਿਆ ਸ਼ਾਇਦ ਤੁਸੀਂ ਵੀ। ਹੁਣ ਤੇ ਮੇਰਾ ਪਤਾ ਲੱਗ ਗਿਆ ਨਾ ਥੋੜਾ ਬਹੁਤਾ, ਪਰ ਤੁਸੀਂ ਕੰਮ ਕਿਉਂ ਰਹੇ ਹੋ? ਤੁਸੀਂ ਬਿਲਕੁਲ ਠੀਕ ਪਛਾਣਿਆ। ਤੁਸੀਂ ਜਾਣ ਲਿਆ ਕਿ ਤੁਹਾਡਾ ਵਾ ਕਿਹੋ ਜਿਹੇ ਆਦਮੀ ਨਾਲ ਪਿਆ ਹੈ। ਦਰਅਸਲ ਮੈਨੂੰ ਔਰਤਾਂ ਤੋਂ ਬੜੀ ਸ਼ਰਮ ਆਉਂਦੀ ਹੈ ਤੇ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਦੀ ਕਿਸੇ ਔਰਤ ਦੇ ਨਾਲ ਗੱਲ ਵੀ ਕਰ ਸਕਾਂਗਾ। ਅੱਛਾ, ਕੀ ਇਹ ਸੱਚ ਹੈ? ਹਾਂ ਬਿਲਕੁਲ ਸੱਚ ਹੈ। ਦੇਖੋ, ਜੇ ਇਸ ਵੇਲੇ ਮੇਰੇ ਹੱਥ ਕੰਬ ਰਹੇ ਨੇ ਤੇ ਇਹਦਾ ਕਾਰਨ ਵੀ ਇਹੀ ਹੈ ਕਿ ਮੇਰੇ ਕਦੀ ਹੱਥਾਂ ਨੇ ਤੁਹਾਡੇ ਹੱਥਾਂ ਵਰਗੇ ਨਰਮ ਤੇ ਸੋਹਣੇ ਹੱਥਾਂ ਨੂੰ ਨਹੀਂ ਛੂਹਿਆ। ਮੈਨੂੰ ਔਰਤਾਂ ਉੱਕੋ ਹੀ ਓਪਰੀਆਂ ਲੱਗਦੀਆਂ ਨੇ, ਮੈਨੂੰ ਕਦੇ ਵੀ ਆਪਣੀਆਂ ਨਹੀਂ ਲੱਗੀਆਂ।
ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਔਰਤਾਂ ਨਾਲ ਗੱਲ ਕਿਵੇਂ ਕਰੀਦੀ ਹੈ। ਤੁਹਾਨੂੰ ਮੇਰੀਆਂ ਕੁਝ ਗੱਲਾਂ ਅਜੀਬ ਤਾਂ ਨਹੀਂ ਲੱਗ ਰਹੀਆਂ? ਮੈਨੂੰ ਦੱਸ ਦਿਓ, ਮੈਂ ਚੁੱਪ ਕਰ ਜਾਵਾਂਗਾ ਤੇ ਗੁੱਸਾ ਨਹੀਂ ਕਰਾਂਗਾ। ਨਹੀਂ ਨਹੀਂ, ਸਗੋਂ ਜੋ ਤੁਸੀਂ ਆਖਿਆ ਹੈ ਨਾ, ਗੱਲ ਇਸ ਦੇ ਬਿਲਕੁਲ ਉਲਟ ਹੈ। ਜੇ ਤੁਸੀਂ ਪੁੱਛਦੇ ਹੋ ਤੇ ਮੈਂ ਦੱਸਦੀ ਹਾਂ ਕਿ ਸ਼ਰਮ ਔਰਤ ਆਦੀ ਲਾ ਦੋਗੇ ਤੇ ਜਿਹੜਾ ਮੇਰੇ 'ਚ ਇੱਕੋ ਇੱਕ ਗੁਣ ਹੈ ਉਹ ਹਮੇਸ਼ਾ ਲਈ ਖਤਮ ਹੋ ਜਾਏਗਾ। ਗੁਣ? ਕਿਹੜਾ ਗੁਣ? ਇਹ ਗੱਲ ਤੁਸੀਂ ਕੁਝ ਠੀਕ ਨਹੀਂ ਆਖੀ। ਮਾਫ ਕਰਨਾ, ਫਿਰ ਨਹੀਂ ਆਖਾਂਗਾ। ਕੀ ਤੁਸੀਂ ਜਾਣ ਸਕਦੇ ਹੋ ਕਿ ਮੈਂ ਨਾ ਚਾਹੁੰਦਾ ਹਾਂ ਕਿ ਮੈਂ ਚੰਗਾ ਲੱਗਾ? ਹਾਂ ਬਿਲਕੁਲ। ਦੇਖੋ ਮੈਂ 26 ਵਰ੍ਹਿਆਂ ਦਾ ਹੋ ਗਿਆ, ਪਰ ਹਾਲੇ ਤੱਕ ਕੋਈ ਵੀ ਔਰਤ ਮੇਰੀ ਦੋਸਤ ਨਹੀਂ ਬਣ ਸਕੀ। ਮੈਂ ਤਾਂ ਬਸ ਸੁਪਨੇ ਲੈਣਾ। ਤੁਹਾਨੂੰ ਪਤਾ ਇਹਨਾਂ ਸੁਪਨਿਆਂ ਵਿੱਚ ਮੈਂ ਕਈ ਵਾਰੀ ਪਿਆਰ ਵੀ ਕਰ ਬੈਠਾ। ਹਾਂ? ਪਿਆਰ? ਕਿਹਦੇ ਨਾਲ? ਕਿਸ ਤਰ੍ਹਾਂ? ਨਹੀਂ ਨਹੀਂ, ਇਹੋ ਜਿਹਾ ਪਿਆਰ ਨਹੀਂ, ਬਸ ਆਪਣੇ ਖਿਆਲਾਂ ਦੇ ਨਾਲ। ਤੁਹਾਨੂੰ ਇੱਕ ਗੱਲ ਦੱਸਾਂ, ਹਾਂ? ਤੁਸੀਂ ਹੱਸੋਗੇ ਤੇ ਨਹੀਂ? ਬਿਲਕੁਲ ਵੀ ਨਹੀਂ। ਮੈਂ ਕਈ ਵਾਰ ਸੋਚਦਾ ਕਿ ਮੈਂ ਐਵੇਂ ਸੜਕ ਤੇ ਤੁਰਿਆ ਜਾਂਦਾ, ਰਾਜ ਖੜੀ ਔਰਤ ਦੇ ਨਾਲ ਗੱਲ ਸ਼ੁਰੂ ਕਰ ਦਿੰਦਾ। ਮੈਂ ਉਸ ਨੂੰ ਕਹਾਂ ਕਿ ਮੈਂ ਕਲਾਪੇ ਨਾਲ ਮਰਦਾ ਜਾ ਰਿਹਾ ਤੇ ਉਸ ਦਾ ਔਰਤ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਮੇਰੇ ਕਲਾਪੇ ਨੂੰ ਦੂਰ ਕਰੇ। ਭਾਵੇਂ 2 ਲਫ਼ਜ਼ ਭੈਣਾਂ ਵਰਗੇ ਸਨੇਹ ਦੇ ਕਹਿ ਦੇਵੇ, ਪਰ ਘੱਟੋ ਘੱਟ 2 ਲਫ਼ਜ਼ ਜ਼ਰੂਰ ਕਰੇ। ਤੁਸੀਂ ਹੱਸ ਰਹੇ ਹੋ, ਮੈਨੂੰ ਪਤਾ ਸੀ, ਇਸੇ ਕਰਕੇ ਤੁਹਾਨੂੰ ਮੈਂ ਸਾਰੀ ਗੱਲ ਦੱਸੀ ਹੈ। ਦਰਅਸਲ ਮੈਂ ਇਸ ਕਰਕੇ ਹੱਸ ਰਹੀ ਹਾਂ, ਜੋ ਤੁਸੀਂ ਆਖਿਆ ਹੈ ਨਾ, ਇਹ ਸਭ ਕੁਝ ਦੇ ਕਸੂਰਵਾਰ ਤੁਸੀਂ ਆਪ ਹੋ। ਜੇ ਤੁਸੀਂ ਕਦੀ ਇਦਾਂ ਕੀਤਾ ਹੁੰਦਾ ਤਾਂ ਸ਼ਾਇਦ ਤੁਹਾਡਾ ਕੋਈ ਨਾ ਕੋਈ ਦੋਸਤ ਜ਼ਰੂਰ ਹੁੰਦਾ, ਤੇ ਕੋਈ ਵੀ ਚੰਗੇ ਦਿਲ ਵਾਲੀ ਔਰਤ ਤੁਹਾਨੂੰ 2 ਲਫ਼ਜ਼ ਕਹੇ ਬਿਨਾਂ ਕਦੇ ਵੀ ਨਹੀਂ ਸੀ ਜਾ ਸਕਦੀ। ਪਰ ਸ਼ਰਤ ਇਹ ਹੈ ਕਿ ਜੇ ਉਹ ਚੱਲੀ ਨਾ ਹੋਵੇ ਤਾਂ, ਜਾਂ ਉਹਨੂੰ ਕਿਸੇ ਗੱਲ ਦਾ ਗੁੱਸਾ ਨਾ ਚੜਿਆ ਹੋਵੇ। ਪਰ ਇੱਕ ਗੱਲ ਉਹ ਜ਼ਰੂਰ ਸੋਚੇਗੀ ਕਿ ਤੁਸੀਂ ਕੋਈ ਸ਼ੈਤਾਈ ਹੋ। ਵੈਸੇ ਇਹਨਾਂ ਦੁਨੀਆ ਦੇ ਲੋਕਾਂ ਦੇ ਢੰਗਾਂ ਦਾ ਉਹ ਤਾਂ ਪਤਾ ਨਹੀਂ ਹੈ। ਤੁਹਾਡੀ ਬਹੁਤ ਮਿਹਰਬਾਨੀ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਮੇਰੇ ਲਈ ਕੀ ਕਰ ਦਿੱਤਾ ਹੈ। ਰਹਿਣ ਦਿਓ, ਪਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਅਜਿਹੀ ਔਰਤ ਹਾਂ ਜਿਸ ਨੂੰ ਤੁਸੀਂ ਆਪਣੀ ਦੋਸਤੀ ਦੇ ਕਾਬਿਲ ਸਮਝਿਆ? ਮੇਰਾ ਮਤਲਬ ਤੁਹਾਡੀ ਮੇਰੇ ਵੱਲ ਆਉਣ ਦੀ ਹਿੰਮਤ ਕਿਵੇਂ ਹੋਈ? ਹਿੰਮਤ ਕਿਵੇਂ ਹੋਈ? ਹਾਂ? ਤੁਸੀਂ ਉੱਥੇ ਇਕੱਲੇ ਬੈਠੇ ਸੀ, तो आप भी ਤੁਹਾਡੇ ਵੱਲ ਵਧਦਾ ਜਾ ਰਿਹਾ ਸੀ। ਮੇਰਾ ਫਰਜ਼ ਬਣਦਾ ਸੀ ਕਿ ਮੈਂ ਤੁਹਾਡੀ ਹੈਲਪ ਕਰਾਂ। ਨਹੀਂ ਨਹੀਂ, ਉਸ ਤੋਂ ਪਹਿਲਾਂ ਜਦੋਂ ਮੈਂ ਉੱਥੇ ਬੈਠੀ ਹੋਈ ਸੀ ਉਦੋਂ ਵੀ ਤੁਸੀਂ ਮੇਰੇ ਕੋਲ ਆਉਣਾ ਚਾਹੁੰਦੇ ਸੀ, ਹੈ ਨਾ? ਅੱਛਾ, ਉਦੋਂ ਵੀ? ਹਾਂ। ਗੱਲ ਇਹ ਸੀ ਕਿ ਅੱਜ ਮੈਂ ਬਹੁਤ ਖੁਸ਼ ਸੀ। ਅੱਜ ਮੈਂ ਸ਼ਹਿਰੋਂ ਕਿੰਨਾ 4 ਦਿਨਾਂ ਬਾਅਦ ਮਿਲਿਆ ਤੇ ਮੈਂ ਹੱਸਦਾ ਹੋਇਆ ਗਾਉਂਦਾ ਹੋਇਆ ਆ ਰਿਹਾ ਸੀ। ਮੈਂ ਦੇਖਿਆ ਕਿ ਤੁਸੀਂ ਇੱਥੇ ਬੈਠੇ ਰੋ ਰਹੇ ਹੋ। ਮੇਰਾ ਦਿਲ ਅੰਦਰੋਂ ਪੂਰੀ ਤਰ੍ਹਾਂ ਨਿਕਲ ਗਿਆ। ਮੈਨੂੰ ਲੱਗਾ ਕਿ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਇਸ ਕਰਕੇ। ਪਰ ਮਾਫ ਕਰਨਾ, ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਤੁਸੀਂ ਦੁਖੀ ਹੋ ਗਏ ਹੋ? ਨਹੀਂ ਨਹੀਂ, ਸਗੋਂ ਜੋ ਤੁਸੀਂ ਕਿਹਾ ਹੈ ਨਾ ਉਹ ਮੇਰੇ ਖੁਦ ਦਾ ਕਸੂਰ ਹੈ। ਮੈਂ ਆਪੇ ਕੀਤਾ ਹੈ ਸਾਰਾ ਕੁਝ। ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਹਾਨੂੰ ਜਾਣਨ ਦੇ ਵਿੱਚ ਮੈਂ ਕੋਈ ਵੀ ਗਲਤੀ ਨਹੀਂ ਕੀਤੀ। ਖੈਰ, ਹੁਣ ਮੈਂ ਘਰ ਜਾਣਾ, ਮੇਰਾ ਘਰ ਇੱਥੇ ਲੱਗ ਹੀ ਹੈ। ਸ਼ੁਕਰੀਆ ਤੇ ਅਲਵਿਦਾ। ਮੇਰੀ ਗੱਲ ਸੁਣੋ, ਕਿ ਇਸ ਤੋਂ ਬਾਅਦ ਅਸੀਂ ਕਦੇ ਨਹੀਂ ਮਿਲਾਂਗੇ। ਸਾਡੀ ਮੁਲਾਕਾਤ ਬਸ ਇੰਨੀ ਕੀ ਸੀ। ਵੇਖੋ ਨਾ, ਹੁਣੇ ਤੁਸੀਂ ਕਹਿ ਰਹੇ ਸੀ ਕਿ ਕੋਈ ਔਰਤ ਹੋਵੇ ਜਿਹੜੀ ਤੁਹਾਡੇ ਨਾਲ ਸਿਰਫ 2 ਗੱਲਾਂ ਕਰੇ, ਤੇ ਹੁਣ ਵੈਸੇ ਮੈਂ ਕਹਿੰਦੀ ਨਹੀਂ ਆ, ਸ਼ਾਇਦ ਆਪਾਂ ਮਿਲ ਹੀ ਪਈਏ। ਅੱਛਾ, ਗੱਲ ਸੁਣੋ, ਕੱਲ ਮੈਂ ਇੱਥੇ ਜ਼ਰੂਰ ਆਵਾਂਗਾ ਤੇ ਮੈਨੂੰ ਪਤਾ ਹੈ ਤੁਸੀਂ ਵੀ ਕੱਲ ਇੱਥੇ ਜ਼ਰੂਰ ਆਓਗੇ। ਮਾਫ ਕਰਨਾ, ਮੈਂ ਕੁਝ ਜ਼ਿਆਦਾ ਜ਼ਿੱਦ ਨਹੀਂ ਕਰ ਰਿਹਾ। ਕੁਝ ਜ਼ਿਆਦਾ ਹੀ ਬੇਸਬਰੇ ਲੱਗ ਰਹੇ ਹੋ ਤੇ ਜ਼ਿੱਦ ਵੀ ਕਰ ਰਹੇ ਹੋ। ਗੱਲ ਸੁਣ ਲਓ, ਇਸ ਤੋਂ ਬਾਅਦ ਤੁਹਾਨੂੰ ਨਹੀਂ ਮੈਂ ਰੋਕਾਂਗਾ। ਗੱਲ ਹੈ, ਕੱਲ ਮੈਂ ਇੱਥੇ ਜ਼ਰੂਰ ਆਵਾਂਗਾ ਤੇ ਮੈਨੂੰ ਪਤਾ ਹੈ ਤੁਸੀਂ ਵੀ ਇੱਥੇ ਕੱਲ ਜ਼ਰੂਰ ਆਓਗੇ। ਤੁਸੀਂ ਨਹੀਂ ਜਾਣਦੇ ਕਿ ਇਹ ਜਗ੍ਹਾ ਮੈਨੂੰ ਹੁਣ ਤੋਂ ਕਿੰਨੀ ਪਿਆਰੀ ਲੱਗਣੀ ਸ਼ੁਰੂ ਹੋ ਗਈ ਹੈ। ਸੇਂਟ ਪੀਟਰਸਬਰਗ ਵਿੱਚ ਇਹੋ ਜਿਹੀਆਂ ਬਹੁਤ ਘੱਟ ਥਾਵਾਂ ਨੇ ਜਿਹੜੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ। ਕੁਝ ਚਿਰ ਪਹਿਲਾਂ ਮੇਰੀਆਂ ਯਾਦਾਂ ਨੇ ਮੈਨੂੰ ਰਵਾ ਦਿੱਤਾ ਸੀ। ਮਾਫ ਕਰਨਾ, ਮੈਨੂੰ ਲੱਗਦਾ ਹੈ ਕਿ ਤੁਹਾਡੀਆਂ ਯਾਦਾਂ ਵੀ ਇਸ ਜਗ੍ਹਾ ਨਾਲ ਬਹੁਤ ਜੁੜੀਆਂ ਹੋਈਆਂ ਨੇ, ਤਾਂ ਹੀ ਤੁਸੀਂ ਰੋ ਰਹੇ ਸੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਪਰ ਮੇਰਾ ਖਿਆਲ ਹੈ ਕਿ ਕੱਲ ਮੈਂ ਇੱਥੇ 10 ਵਜੇ ਆਵਾਂਗੀ। ਮੈਨੂੰ ਇੱਥੇ ਆਉਣਾ ਹੀ ਪੈਣਾ। ਪਰ ਤੁਸੀਂ ਇਹ ਬਿਲਕੁਲ ਨਾ ਸੋਚਣਾ ਕਿ ਮੈਂ ਤੁਹਾਡੇ ਨਾਲ ਜਗ੍ਹਾ ਨਿਸ਼ਚਿਤ ਕਰ ਰਹੀ ਹਾਂ। ਮੈਂ ਇੱਥੇ ਆਪਣੇ ਕੰਮ ਲਈ ਆਉਣਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਸੀਂ ਵੀ ਆ ਜਾਓ। ਮੁੱਕਦੀ ਗੱਲ ਇਹ ਕਿ ਮੈਂ ਤੁਹਾਨੂੰ ਕੱਲ ਮਿਲਣਾ ਚਾਹਾਂਗੀ, ਤੁਹਾਡੇ ਨਾਲ 2 ਗੱਲਾਂ ਕਰਨੀਆਂ ਚਾਹਾਂਗੀ। ਪਰ ਤੁਸੀਂ ਇਹ ਗੱਲ ਬਿਲਕੁਲ ਨਾ ਸੋਚਣਾ ਕਿ ਮੈਂ ਮਿਲਣ ਲਈ ਕੋਈ ਜਲਦੀ ਮੰਨ ਜਾਂਦੀ ਹਾਂ। ਮੈਂ ਹੁਣ ਵੀ ਇੱਥੇ ਆਉਣ ਦਾ ਵਾਅਦਾ ਨਹੀਂ ਸੀ ਕਰਨਾ ਜੇ ਕਦੀ ਖੈਰ ਛੱਡੋ। ਪਰ ਕੱਲ ਇੱਕ ਸ਼ਰਤ ਹੈ।
ਸ਼ਰਤ? ਹਾਂ ਤੁਸੀਂ ਮੈਨੂੰ ਆਪਣੀ ਸ਼ਰਤ ਦੱਸੋ, ਮੈਂ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਤਿਆਰ ਹਾਂ। ਮੈਂ ਕੱਲ ਪੂਰੇ ਸਲੀਕੇ ਨਾਲ ਪੇਸ਼ ਆਵਾਂਗਾ ਤੇ ਇਮਾਨਦਾਰੀ ਵਰਤਾਂਗਾ। ਮੈਂ ਜਾਣਦੀ ਹਾਂ, ਇਸੇ ਕਰਕੇ ਤੇ ਤੁਹਾਨੂੰ ਮੈਂ ਕੱਲ ਆਉਣ ਦਾ ਸੱਦਾ ਦਿੱਤਾ। ਦੇਖੋ ਮੈਂ ਮਿਹਨਤ ਕਰਦੀ ਹਾਂ। ਮੈਨੂੰ ਕਿਸੇ ਵੀ ਹਾਲਤ 'ਚ ਪਿਆਰ ਨਾ ਕਰਨ ਲੱਗ ਪਏ। ਆ ਮੇਰਾ ਹੱਲ ਹੈ। ਮੈਂ ਸਾਰੀ ਜ਼ਿੰਦਗੀ ਤੁਹਾਡੀ ਦੋਸਤ ਬਣ ਕੇ ਰਹਿਣ ਨੂੰ ਤਿਆਰ ਹਾਂ। ਪਰ ਪਿਆਰ ਨਹੀਂ, ਕਿਸੇ ਕੀਮਤ ਤੇ ਨਹੀਂ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ, ਮੈਂ ਕਸਮ ਖਾਨਾ। ਪਲੀਜ਼ ਤੁਸੀਂ ਕਸਮਾਂ ਨਾ ਖਾਓ। ਮੈਂ ਜਾਣਦੀ ਹਾਂ ਕਿ ਤੁਸੀਂ ਬਾਰੂਦ ਵਾਂਗ ਮੱਚ ਉੱਠੋਗੇ। ਪਰ ਜੇ ਕਦੀ ਤੁਹਾਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਮੇਰੇ ਕੋਲ ਵੀ ਅਜਿਹਾ ਕੋਈ ਨਹੀਂ ਹੈ ਜਿਸ ਨਾਲ ਮੈਂ ਕੋਈ ਗੱਲ ਕਰ ਸਕਾਂ, ਜਿਸ ਨਾਲ ਮੈਂ ਕੋਈ ਸਲਾਹ ਕਰ ਸਕਾਂ। ਹਾਂ ਮੰਨਿਆ ਕਿ ਸੜਕ ਸਲਾਹਕਾਰ ਲੱਭਣ ਵਾਸਤੇ ਕੋਈ ਸਹੀ ਜਗ੍ਹਾ ਨਹੀਂ ਹੈ, ਪਰ ਤੁਹਾਡੀ ਗੱਲ ਹੀ ਹੋਵੇ। ਮੈਂ ਤੁਹਾਨੂੰ ਬੜੇ ਚੰਗੇ ਤਰੀਕੇ ਜਾਣਦੀ ਹਾਂ। ਇੱਦਾਂ ਲੱਗਦਾ ਹੈ ਕਿ ਜਿਵੇਂ ਅਸੀਂ 20 ਸਾਲਾਂ ਤੋਂ ਜਾਣੂ ਹੋਏ। ਆਪਣੇ ਵਾਅਦੇ ਤੋਂ ਫਿਰੋਗੇ ਤੇ ਨਹੀਂ? ਨਹੀਂ, ਬਿਲਕੁਲ ਨਹੀਂ। ਪਰ ਮੈਨੂੰ ਗੱਲ ਦੀ ਸਮਝ ਨਹੀਂ ਆ ਰਹੀ ਕਿ ਮੈਂ ਵਿਚਕਾਰ ਦੀਆਂ ਘੜੀਆਂ ਕਿਵੇਂ ਬਿਤਾਵਾਂਗਾ। ਰੱਜ ਕੇ ਸੌਂ, ਇਹੀ ਸਹੀ ਤਰੀਕਾ ਹੈ। ਦੇਖੋ ਤੁਸੀਂ ਕਿੰਨੇ ਚੰਗੇ ਤਰੀਕੇ ਕਿਹਾ ਸੀ ਕਿ ਕਿਸੇ ਵੀ ਜਜ਼ਬੇ ਦਾ, ਇੱਥੋਂ ਤੱਕ ਕਿ ਭਰਾਵਾਂ ਵਰਗੇ ਸਨੇਹ ਦਾ ਵੀ ਕਦੇ ਕੋਈ ਜਵਾਬ ਨਹੀਂ ਦੇਣਾ ਪੈਂਦਾ। ਤੁਸੀਂ ਕਿਹਾ ਹੀ ਇੰਨੇ ਚੰਗੇ ਤਰੀਕੇ ਕਿ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਤੇ ਭਰੋਸਾ ਕਰ ਲਵਾਂ। ਭਰੋਸਾ? ਕਾਹਦਾ ਭਰੋਸਾ? ਚਲੋ ਛੱਡੋ, ਆਪਾਂ ਇਸ ਬਾਰੇ ਕੱਲ ਗੱਲ ਕਰਾਂਗੇ। ਹੋ ਸਕਦਾ ਹੈ ਕਿ ਕੱਲ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਵਾਂ ਜਾਂ ਕੁਝ ਨਾ ਵੀ ਦੱਸਾਂ। ਪਹਿਲਾਂ ਸਾਨੂੰ ਇੱਕ ਦੂਸਰੇ ਦੇ ਕਾਫੀ ਜ਼ਿਆਦਾ ਜਾਣੂ ਹੋ ਜਾਣਾ ਚਾਹੀਦਾ। ਬਿਲਕੁਲ ਠੀਕ। ਤੇ ਕੱਲ ਤੁਹਾਨੂੰ ਮੈਂ ਆਪਣੇ ਬਾਰੇ ਸਾਰੀਆਂ ਗੱਲਾਂ ਦੱਸਾਂਗਾ। ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਜ਼ਿੰਦਗੀ ਨੂੰ ਕਿਵੇਂ ਜੀਣਾ ਵਾ ਤੇ ਮੈਂ ਜ਼ਿੰਦਗੀ ਨੂੰ ਕਿਵੇਂ ਜੀਣਾ ਚਾਹੁੰਦਾ। ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਚਲੋ ਛੱਡੋ, ਇਸ ਬਾਰੇ ਆਪਾਂ ਕੱਲ ਗੱਲ ਕਰਾਂਗੇ। ਠੀਕ ਹੈ, ਪਹਿਲਾਂ ਤੁਸੀਂ ਦੱਸ ਲਓ। ਨਹੀਂ, ਜਿਵੇਂ ਤੁਸੀਂ ਕਹੋਗੇ। ਅਲਵਿਦਾ। ਅਲਵਿਦਾ। ਇੱਕ ਤੋਂ ਚਾਨਣ ਦਾ ਟੁਕੜਾ ਬੋਲੇ ਪੈਰੀ ਆਇਆ, ਮਨ ਦਾ ਕੋਨਾ ਕੋਨਾ ਰੌਸ਼ਨ ਰੋਮ ਰੋਮ ਨਸ਼ਿਆਇਆ। ਕਿਸ ਹਨੇਰੇ ਮਨ ਦੇ ਬੂਹੇ ਰਿਸ਼ਮੀ ਪਾਈਆਂ ਜਾਤਾਂ, ਕਿਸਨੇ ਕਾਲੀਆਂ ਚਿੱਟੀਆਂ ਰਾਤਾਂ, ਚਿੱਟੀਆਂ ਰਾਤਾਂ, ਚਿੱਟੀਆਂ ਰਾਤਾਂ, ਚਿੱਟੀਆਂ ਰਾਤਾਂ, ਚਿੱਟੀਆਂ ਰਾਤਾਂ। ਕਿਉਂ ਜਿਉਂਦੇ ਰਹੇ ਹੋ ਨਾ ਫੇਰ? ਮੈਂ 2 ਘੰਟੇ ਤੋਂ ਤੁਹਾਡੀ ਉਡੀਕ ਕਰ ਰਿਹਾ ਤੇ ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਵਿਚਕਾਰ ਦੀਆਂ ਘੜੀਆਂ ਕਿਵੇਂ ਬਿਤਾਈਆਂ। ਸੋਚ ਸਕਦੀ ਹਾਂ, ਕਿਉਂ ਨਹੀਂ ਸੋਚ ਸਕਦੀ ਮੈਂ। ਤੁਹਾਨੂੰ ਪਤਾ ਅੱਜ ਮੈਂ ਇੱਥੇ ਕਿਉਂ ਆਈ ਹਾਂ? ਕਿਉਂ? ਮੈਂ ਇੱਥੇ ਕੱਲ ਵਾਂਗੂ ਇੱਧਰ ਉੱਧਰ ਦੀਆਂ ਮਾਰਨ ਨਹੀਂ ਆਈ। ਮੈਨੂੰ ਲੱਗਦਾ ਕਿ ਸਾਨੂੰ ਹੁਣ ਜ਼ਿਆਦਾ ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਸਿਆਣਪ ਤੋਂ ਕੰਮ? ਹਾਂ। ਪਰ ਅਸੀਂ ਸਿਆਣਪ ਤੋਂ ਕੰਮ ਕਿਵੇਂ ਲਈਏ? ਮੈਨੂੰ ਲੱਗਦਾ ਹੈ ਕਿ ਜੇ ਮੇਰੀ ਜ਼ਿੰਦਗੀ ਵਿੱਚ ਕੋਈ ਸਿਆਣੀ ਗੱਲ ਵਾਪਰੀ ਹੈ ਨਾ ਤਾਂ ਕੱਲ ਵਾਪਰੀ। ਅੱਛਾ, ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੱਲ ਮੈਂ ਤੁਹਾਡੇ ਬਾਰੇ ਕਿੰਨਾ ਹੀ ਚਿਰ ਸੋਚਦੀ ਸੀ। ਅੱਛਾ, ਹਾਂ। ਤੇ ਫਿਰ ਕੀ ਫੈਸਲਾ ਕੀਤਾ? ਮੈਂ ਇਹ ਫੈਸਲਾ ਕੀਤਾ ਹੈ ਕਿ ਸਾਨੂੰ ਹੁਣ ਮੁੱਢ ਤੋਂ ਸ਼ੁਰੂ ਕਰਨਾ ਚਾਹੀਦਾ। ਦੇਖੋ ਨਾ, ਕੱਲ ਮੇਰਾ ਵਰਤਾਓ ਕੁਝ ਬੱਚਿਆਂ ਵਰਗਾ ਇੱਕ ਚੱਲੀ ਕੁੜੀ ਵਰਗਾ ਸੀ। ਦਰਅਸਲ ਗਲਤੀ ਮੇਰੇ ਚੰਗੇ ਦਿਲ ਦੀ। ਇਸ ਲਈ ਮੈਂ ਆਪਣੀ ਗਲਤੀ ਨੂੰ ਸੁਧਾਰਨ ਦਾ ਇਹ ਫੈਸਲਾ ਕੀਤਾ ਹੈ ਕਿ ਤੁਸੀਂ ਮੈਨੂੰ ਆਪਣੇ ਬਾਰੇ ਹਰ ਗੱਲ, ਆਪਣਾ ਹਰ ਭੇਦ ਦੱਸੋ। ਹੁਣ ਵੇਖੋ ਨਾ, ਇੱਥੇ ਅਜਿਹਾ ਕੋਈ ਨਹੀਂ ਹੈ ਜਿਸ ਕੋਲੋਂ ਮੈਂ ਤੁਹਾਡੇ ਬਾਰੇ ਕੋਈ ਪੁੱਛ ਸਕਾਂ, ਕੋਈ ਗੱਲ ਪਤਾ ਕਰ ਸਕਾਂ। ਇਸ ਲਈ ਤੁਸੀਂ ਮੈਨੂੰ ਆਪਣੀ ਹਰ ਗੱਲ, ਆਪਣਾ ਹਰ ਭੇਦ, ਮੇਰਾ ਮਤਲਬ ਮੈਨੂੰ ਆਪਣੀ ਕਹਾਣੀ ਸੁਣਾਓ। ਕਹਾਣੀ? ਹਾਂ। ਭਈ ਤੁਹਾਨੂੰ ਕਿਹਨੇ ਕਹਿਤਾ ਕਿ ਮੇਰੀ ਕੋਈ ਕਹਾਣੀ ਹੈ? ਮੇਰੀ ਕੋਈ ਕਹਾਣੀ ਨਹੀਂ। ਜੇ ਤੁਹਾਡੀ ਕੋਈ ਕਹਾਣੀ ਨਹੀਂ ਹੈ ਤਾਂ ਫਿਰ ਤੁਸੀਂ ਜਿਉਂਦੇ ਕਿੱਦਾਂ ਹੋ? ਭਈ ਮੈਂ ਤਾਂ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਬਿਤਾਈ, ਬਿਲਕੁਲ ਇਕੱਲੇ। ਤੁਹਾਨੂੰ ਪਤਾ ਇਕੱਲੇ ਜ਼ਿੰਦਗੀ ਬਿਤਾਉਣ ਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਤੁਸੀਂ ਕਦੇ ਕਿਸੇ ਨੂੰ ਨਹੀਂ ਮਿਲੇ? ਮਿਲਦਾ ਕਿਉਂ ਨਹੀਂ? ਮੈਂ ਸਾਰੇ ਸ਼ਹਿਰ ਨੂੰ ਮਿਲਦਾ। ਤੁਹਾਨੂੰ ਪਤਾ ਹਾਂ। ਸਾਰਾ ਸ਼ਹਿਰ ਹੀ ਮੇਰਾ ਜਾਣੂ ਹੈ। ਅੱਛਾ, ਫਿਰ ਤਾਂ ਤੁਹਾਡੇ ਬਹੁਤ ਸਾਰੇ ਦੋਸਤ ਹੋਣਗੇ। ਤੁਹਾਨੂੰ ਮੈਂ ਕਹਿ ਤੇ ਰਿਹਾ ਵੀ ਸਾਰਾ ਸ਼ਹਿਰ ਹੀ ਮੇਰਾ ਦੋਸਤ ਹੈ।
ਜੇ ਸਾਰਾ ਸ਼ਹਿਰ ਖੁਸ਼ ਹੁੰਦਾ ਤਾਂ ਮੈਂ ਵੀ ਬਹੁਤ ਖੁਸ਼ ਹੋ ਜਾਂਦਾ। ਜਦੋਂ ਸਾਰਾ ਸ਼ਹਿਰ ਉਦਾਸ ਹੁੰਦਾ ਤੇ ਮੈਂ ਵੀ ਉਦਾਸ ਹੋ ਜਾਂਦਾ। ਤੁਹਾਨੂੰ ਪਤਾ ਮੇਰੀ ਇੱਥੋਂ ਦੇ ਮਕਾਨਾਂ ਦੇ ਨਾਲ ਵੀ ਬਹੁਤ ਯਾਰੀ ਜੇ। ਮਕਾਨਾਂ ਨਾਲ? ਬਈ ਮਕਾਨਾਂ ਨਾਲ ਵੀ ਕਦੇ ਕਿਸੇ ਦੀ ਯਾਰੀ ਹੁੰਦੀ ਹੈ? ਭਾਈ ਮੇਰੀ ਤਾਂ ਹੈ। ਅੱਛਾ। ਜਦੋਂ ਮੈਂ ਗਲੀਆਂ 'ਚ ਲੰਘਦਾ ਨਾ, ਹਾਂ। ਜੇ ਕਿਸੇ ਮਕਾਨ ਨੂੰ ਪੁੱਛਾਂ, ਹਾਂ ਬਈ ਕੀ ਹਾਲ ਹੈ ਤੇਰਾ, ਹਾਂ। ਕੋਈ ਬੜਾ ਖੁਸ਼ ਹੋ ਕੇ ਦੱਸਦਾ ਹਾਂ। ਵੀ ਮੈਂ ਤਾਂ ਬੜਾ ਹੀ ਖੁਸ਼ ਹਾਂ। ਅੱਛਾ। ਹੈਂ? ਕੋਈ ਉਦਾਸ ਹੋ ਕੇ ਦੱਸਦਾ ਵੀ ਨਹੀਂ ਭਾਈ ਅੱਜ ਮੇਰਾ ਮੂਡ ਠੀਕ ਨਹੀਂ। ਕੋਈ ਦੱਸਦਾ ਕਿ ਅਗਲੇ ਮਹੀਨੇ ਮੇਰੇ ਤੇ ਇੱਕ ਮੰਜ਼ਿਲ ਹੋਰ ਪੈ ਜਾਣੀ ਹੈ। ਅੱਛਾ। ਕੋਈ ਦੱਸਦਾ ਕਿ ਮੇਰੀ ਮੁਰੰਮਤ ਦਾ ਕੰਮ ਚੱਲ ਰਿਹਾ। ਹਾਂ। ਕੋਈ ਦੱਸਦਾ ਕਿ ਪਿਛਲੇ ਮਹੀਨੇ ਨੂੰ ਅੱਗ ਲੱਗ ਚੁੱਕੀ। ਅੱਛਾ। ਪਰ ਜੋ ਹਾਲ ਪਿਛਲੇ ਦਿਨੀ ਹਲਕੇ ਪਿਆਜ਼ੀ ਰੰਗ ਦੇ ਮਕਾਨ ਦਾ ਹੋਇਆ, ਮੈਂ ਕਦੇ ਨਹੀਂ ਸੋਚਿਆ। ਮੈਂ ਗਲੀ ਚ ਲੰਘ ਰਿਹਾ ਸਾਂ, ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ ਮੇਰੇ ਤੇ ਪੀਲਾ ਰੰਗ ਕਰਦੇ ਲੱਗੇ ਜੇ। ਮੈਂ ਜਾ ਕੇ ਦੇਖਿਆ ਉਹ ਸਾਰਾ ਹੀ ਪੀਲਾ ਹੋਇਆ ਪਿਆ ਸੀ। ਉਹਦੀਆਂ ਕੰਧਾਂ, ਛੱਤਾਂ ਸਾਰੀਆਂ ਪੀਲੀਆਂ ਹੋ ਚੁੱਕੀਆਂ ਸੀ। ਉਹਨੂੰ ਦੇਖ ਕੇ ਮੈਨੂੰ ਵੀ ਪੀਲੀਆ ਹੋ ਗਿਆ। ਤੇ ਫਿਰ ਮੈਂ ਕਦੀ ਵੀ ਉਸ ਵੱਲ ਮੁੜ ਕੇ ਨਹੀਂ ਗਿਆ ਸੀ। ਕਦੀ ਵੀ ਨਹੀਂ ਦੇਖਿਆ ਜੀ। ਇਸੇ ਤਰ੍ਹਾਂ ਸਾਰੇ ਮਕਾਨਾਂ ਦੇ ਨਾਲ ਮੇਰੀ ਯਾਰੀ ਹੈ। ਕਿਸ ਤਰ੍ਹਾਂ ਦੇ ਆਦਮੀ ਹੋ ਵੀ ਤੁਸੀਂ? ਠਹਿਰੋ, ਮੈਂ ਤੁਹਾਨੂੰ ਦੱਸਦੀ ਹਾਂ। ਤੁਹਾਡੀ ਇੱਕ ਦਾਦੀ, ਮੇਰੀ ਵੀ ਇੱਕ ਦਾਦੀ, ਪਰ ਮੇਰੀ ਦਾਦੀ ਅੰਨੀ ਹੈ। ਮੈਨੂੰ ਇਕੱਲਿਆਂ ਜਾਣ ਦੀ ਇਜਾਜ਼ਤ ਮਿਲੇ ਜ਼ਮਾਨੇ ਦੀ ਉੱਤੇ, ਇਸ ਲਈ ਮੈਨੂੰ ਕਿਸੇ ਨਾਲ ਗੱਲ ਕਰਨ ਦਾ ਜ਼ਿਆਦਾ ਪਤਾ ਨਹੀਂ ਹੈ। 2 ਵਰੇ ਪਹਿਲਾਂ ਮੈਂ ਇੱਕ ਦਿਨ ਸ਼ਰਾਰਤ ਕੀਤੀ ਤਾਂ ਮੇਰੀ ਦਾਦੀ ਨੇ ਇੱਕ ਬਕਸੂਏ ਦੇ ਨਾਲ ਮੇਰੇ ਕੱਪੜਿਆਂ ਨੂੰ ਆਪਣੇ ਕੱਪੜਿਆਂ ਦੇ ਨਾਲ ਲੱਥੀ ਕਰ ਲਿਆ। ਉਹ ਬੈਠ ਕੇ ਕੁਝ ਨਾ ਕੁਝ ਬੁਣਦੀ ਰਹਿੰਦੀ। ਮੈਨੂੰ ਜਾਂ ਉਹਦੇ ਕੋਲ ਬੈਠ ਕੇ ਕੋਈ ਕਿਤਾਬ ਪੜ੍ਹ ਕੇ ਸੁਣਾਉਣੀ ਪੈਂਦੀ ਜਾਂ ਫਿਰ ਮੈਂ ਵੀ ਕੁਝ ਨਾ ਕੁਝ ਸੁਣ ਲੱਗਦੀ। ਦੇਖੋ ਨਾ ਕਿੰਨਾ ਪੁਰਾਣਾ ਰਿਵਾਜ ਹੈ ਨਾ, ਕਿਸੇ ਨੂੰ ਪੂਰੇ 2 ਵਰੇ ਆਪਣੇ ਨਾਲ ਲੱਥੀ ਕਰੀ ਰੱਖਣਾ। ਅੱਛਾ, ਪਰ ਮੇਰੀ ਕੋਈ ਦਾਦੀ ਨਹੀਂ ਹੈ। ਹਾਂ, ਜੇ ਤੁਹਾਡੀ ਕੋਈ ਦਾਦੀ ਨਹੀਂ ਹੈ ਤਾਂ ਤੁਹਾਨੂੰ ਘਰ ਕੌਣ ਬੰਨੀ ਰੱਖਦਾ ਹੈ? ਕੀ ਤੁਸੀਂ ਸੱਚਮੁੱਚ ਜਾਣਨਾ ਚਾਹੁੰਦੇ ਹੋ ਕਿ ਮੈਂ ਕੌਣ? ਹਾਂ। ਤਾਂ ਸੁਣੋ, ਮੈਂ ਇੱਕ ਸ਼ਖਸ ਹਾਂ। ਸ਼ਖਸ? ਵੀ ਕਿਸ ਤਰ੍ਹਾਂ ਦੇ ਸ਼ਖਸ ਹੋ ਤੁਸੀਂ? ਸੱਚੀ ਵਾਕਈ ਤੁਸੀਂ ਨਾ ਬਹੁਤ ਜ਼ਿਆਦਾ ਹਸਾਉਂਦੇ ਹੋ। ਛੱਡੋ, ਤੁਸੀਂ ਏਦਾਂ ਕਰੋ, ਤੁਸੀਂ ਇੱਧਰ ਆਓ, ਇਸ ਬੈਂਚ ਤੇ ਬੈਠੀਏ। ਇੱਧਰ ਕੋਈ ਨਹੀਂ ਆਉਂਦਾ ਤੇ ਨਾ ਸਾਡੀ ਕੋਈ ਗੱਲ ਹੀ ਸੁਣਨ ਲੱਗਾ। ਠੀਕ ਹੈ, ਹੁਣ ਨਾ ਤੁਸੀਂ ਮੈਨੂੰ ਜਲਦੀ ਜਲਦੀ ਆਪਣੀ ਕਹਾਣੀ ਸੁਣਾਓ। ਨਹੀਂ, ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਸ਼ਖਸ ਦਾ ਮਤਲਬ ਕੀ ਹੁੰਦਾ ਹੈ? ਸ਼ਖਸ ਦਾ ਮਤਲਬ ਹਾਂ। ਇੱਕ ਹਸੋਣੀ ਕਿਸਮ ਦਾ ਆਦਮੀ ਹੁੰਦਾ, ਸਿਰ ਫਿਰਿਆ ਜਿਹਾ। ਤੁਹਾਨੂੰ ਪਤਾ ਸੁਪਨੇ ਸਾਥ ਕੀ ਹੁੰਦਾ? ਬਿਲਕੁਲ ਪਤਾ ਹੈ, ਕਿਉਂਕਿ ਮੈਂ ਖੁਦ ਇੱਕ ਸੁਪਨੇ ਸਾਜ਼ ਹਾਂ। ਜਦੋਂ ਮੈਂ ਆਪਣੀ ਦਾਦੀ ਕੋਲ ਇਕੱਲੀ ਬੈਠੀ ਹੁੰਨੀ ਆ ਨਾ, ਤਾਂ ਮੈਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਆਪਣੇ ਸੁਪਨਿਆਂ ਦੇ ਵਿੱਚ ਗਵਾਚ ਜਾਂਦੀ ਹਾਂ। ਤੇ ਉਹ ਸੁਪਨੇ ਮੈਨੂੰ ਇੰਨੀ ਦੂਰ ਲੈ ਜਾਂਦੇ ਨੇ ਕਿ ਮੈਂ ਵੇਖਦੀ ਹਾਂ ਕਿ ਮੇਰਾ ਕਿਸੇ ਚੀਨੀ ਸ਼ਹਿਜ਼ਾਦੇ ਨਾਲ ਵਿਆਹ ਹੋ ਰਿਹਾ। ਅੱਛਾ, ਤੇ ਤੁਸੀਂ ਆਪਣਾ ਵਿਆਹ ਇੱਕ ਚੀਨੀ ਸ਼ਹਿਜ਼ਾਦੇ ਨਾਲ ਹੁੰਦੇ ਦੇਖ ਲਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਮੇਰੀ ਸਾਰੀ ਗੱਲ ਸਮਝ ਜਾਓਗੇ। ਹੈਂ? ਗੱਲ ਇਹ, ਇੱਕ ਮਿੰਟ, ਹਾਲੇ ਤੱਕ ਤੁਸੀਂ ਮੈਨੂੰ ਆਪਣਾ ਨਾਂ ਹੀ ਨਹੀਂ ਦੱਸਿਆ। ਵਾਹ ਜੀ ਵਾਹ, ਕੁਝ ਜਲਦੀ ਨਹੀਂ ਪੁੱਛ ਲਿਆ? ਨਹੀਂ ਨਹੀਂ, ਮੈਨੂੰ ਉਹਦੀ ਲੋੜ ਹੀ ਨਹੀਂ ਪਈ। ਵੈਸੇ ਹਾਲੇ ਵੀ ਲੋੜ ਨਹੀਂ ਹੈ। ਮੇਰਾ ਨਾਂ ਹੈ ਨਸਤੈਂਕਾ। ਨਸਤੈਂਕਾ? ਹਾਂ। ਬਸ ਇਹ ਨਾ ਹੀ? ਹਾਂ, ਇੰਨਾ ਹੀ ਕਿਉਂ? ਕਾਫੀ ਨਹੀਂ ਹੈ? ਨਹੀਂ ਨਹੀਂ, ਬਹੁਤ ਹੈ। ਵੈਸੇ ਨਸਤੈਂਕਾ, ਤੁਸੀਂ ਨਾ ਮੈਨੂੰ ਇੱਕ ਬਹੁਤ ਚੰਗੇ ਦਿਲ ਵਾਲੀ ਕੁੜੀ ਲੱਗਦੀ ਹੋ, ਕਿਉਂਕਿ ਤੁਸੀਂ ਮੈਨੂੰ ਆਪਣਾ ਨਾਂ ਇੱਕਦਮ ਲੈਣ ਦੀ ਇਜਾਜ਼ਤ ਦੇ ਦਿੱਤੀ। ਤੇ ਮੈਨੂੰ ਵੀ ਹੈਗੀ ਹੈ ਨਾ। ਹੁਣ ਤੁਸੀਂ ਮੈਨੂੰ ਜਲਦੀ ਜਲਦੀ ਆਪਣੀ ਕਹਾਣੀ ਸੁਣਾਓ। ਹਾਂ ਸੁਣੋ ਨਸਤੈਂਕਾ, ਤੁਹਾਨੂੰ ਪਤਾ ਹੈ ਕਿ ਇਹ ਸ਼ਹਿਰ ਵਿੱਚ ਕੁਝ ਨੁੱਕਰਾਂ ਇਹੋ ਜਿਹੀਆਂ ਵੀ ਨੇ ਜਿੱਥੇ ਕਦੀ ਵੀ ਆਮ ਸੂਰਜ ਝਾਤ ਨਹੀਂ ਪਾਉਂਦਾ, ਤੇ ਜਿਹੜਾ ਸੂਰਜ ਇਹਨਾਂ ਨੁੱਕਰਾਂ ਵਿੱਚ ਝਾਤ ਪਾਉਂਦਾ ਹੈ ਉਹ ਸੂਰਜ ਕੋਈ ਹੋਰ ਹੀ ਹੈ। ਤੇ ਇਹਨਾਂ ਇਕਲ ਵਾਂਝੀਆਂ ਨੁੱਕਰਾਂ ਦੀ ਜ਼ਿੰਦਗੀ ਆਮ ਜ਼ਿੰਦਗੀ ਨਾਲੋਂ ਬਿਲਕੁਲ ਵੱਖਰੀ ਹੈ। ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ੁਰੂਆਤ ਹੈ, ਹਜੇ ਪਤਾ ਨਹੀਂ ਮੈਨੂੰ ਕੀ ਕੀ ਸੁਣਨਾ ਪੈਣਾ। ਹਾਂ, ਅੱਗੇ ਦੱਸੋ। ਤੁਹਾਨੂੰ ਪਤਾ ਇਹਨਾਂ ਇਕਲ ਵਾਂਝੀਆਂ ਨੁੱਕਰਾਂ 'ਚ ਕੌਣ ਵੱਸਦਾ ਹੈ? ਕੌਣ? ਸੁਪਨੇ ਸਾਜ਼। ਸੁਪਨੇ ਸਾਜ਼? ਤੁਹਾਨੂੰ ਪਤਾ ਸੁਪਨੇ ਸਾਜ਼ ਕੀ ਹੁੰਦਾ? ਕੀ ਹੁੰਦਾ ਹੈ? ਸੁਪਨੇ ਸਾਜ਼ ਕੋਈ ਬੰਦਾ ਨਹੀਂ ਹੁੰਦਾ, ਇਹ ਇੱਕ ਨਿਪੁੰਸਕ ਲਿੰਗ ਦਾ ਜੀਵ ਹੁੰਦਾ ਜਿਹੜਾ ਹਮੇਸ਼ਾ ਹਨੇਰਾ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਆਮ ਦੁਨੀਆ ਤੋਂ ਦੂਰ ਭੱਜਦਾ ਹੈ। ਜਦੋਂ ਉਹਨੂੰ ਕੋਈ ਮਿਲਣ ਵਾਸਤੇ ਆਉਂਦਾ ਹੈ ਤਾਂ ਬਹੁਤ ਬੁਖਲਾ ਜਾਂਦਾ ਹੈ।
ਫਿਰ ਜਦੋਂ ਉਹਦੀ ਆਪਣੀ ਚਾਹਤ ਕਿਸੇ ਨੂੰ ਮਿਲਣ ਦੀ ਹੁੰਦੀ ਹੈ ਤਾਂ ਉਸ ਨੂੰ ਕੋਈ ਮਿਲਣ ਵਾਸਤੇ ਨਹੀਂ ਆਉਂਦਾ। ਵੀ ਮੈਨੂੰ ਨਹੀਂ ਪਤਾ ਕਿ ਤੁਸੀਂ ਮੇਰੇ ਕੋਲੋਂ ਇੰਨੇ ਹਾਸੇ ਵਾਲੇ ਸਵਾਲ ਕਿਉਂ ਪੁੱਛ ਰਹੇ ਹੋ, ਪਰ ਮੈਨੂੰ ਲੱਗਦਾ ਹੈ ਕਿ ਜੋ ਤੁਸੀਂ ਮੈਨੂੰ ਦੱਸਿਆ ਹੈ ਨਾ ਕਿ ਸਭ ਕੁਝ ਤੁਹਾਡੇ ਆਪਣੇ ਨਾਲ ਵਾਪਰਿਆ ਹੈ ਹਾਂ ਨਸਤੈਂਕਾ, ਇਸ ਕਹਾਣੀ ਦਾ ਹੀਰੋ ਮੈਂ ਖੁਦ ਆਪ ਹੀ ਹਾਂ। ਤੁਹਾਨੂੰ ਪਤਾ ਮੈਨੂੰ ਦਿਨ ਦੀਆਂ ਕਿਹੜੀਆਂ ਘੜੀਆਂ ਬਹੁਤ ਚੰਗੀਆਂ ਲੱਗਦੀਆਂ ਨੇ? ਕਿਹੜੀਆਂ? ਜਦੋਂ ਮੈਂ ਕੰਮ ਤੋਂ ਵਿਹਲਾ ਹੁੰਦਾ ਤੇ ਜਦੋਂ ਤੁਸੀਂ ਆਪਣੇ ਘਰ ਵਿੱਚ ਬੈਠੇ ਡੁੱਬਦੇ ਹੋਏ ਸੂਰਜ ਨੂੰ ਵੇਖ ਰਹੇ ਹੁੰਦੇ ਹੋ ਤਾਂ ਮੈਂ ਉਸ ਸੂਰਜ ਨੂੰ ਨਿਹਾਰ ਰਿਹਾ ਹੁੰਦਾ। ਜਦੋਂ ਕੋਈ ਸੋਹਣੀ ਆ ਕੇ ਮੇਰੇ ਨਾਲ ਗੱਲ ਕਰਦੀ ਹੈ ਤਾਂ ਮੈਂ ਆਪਣੇ ਕੋਨੇ ਵਿੱਚ ਜਾ ਵੜਦਾ ਤੇ ਹਨੇਰਾ ਕੁੱਪ ਕਰ ਲੈਂਦਾ। ਫਿਰ ਨਾ ਕੋਈ ਆਵਾਜ਼ ਨਾ ਕੋਈ ਖੜਾਕ, ਪਤਾ ਨਹੀਂ ਕੌਣ ਮੇਰੀ ਨਬਜ਼ ਬਹੁਤ ਤੇਜ਼ ਕਰ ਦਿੰਦਾ। ਮੈਨੂੰ ਤਾਂ ਇਹ ਯਾਦ ਭੁੱਲ ਜਾਂਦਾ ਕਿ ਮੈਂ ਰੋਟੀ ਖਾ ਲਈ ਹੈ ਕਿ ਨਹੀਂ। ਫਿਰ ਜਦੋਂ ਪਹਿਲੀ ਕਿਰਨ ਆ ਕੇ ਮੇਰੀ ਬਾਰੀ 'ਚ ਦਸਤਕ ਦਿੰਦੀ ਹੈ ਤੇ ਮੈਂ ਆਪਣੇ ਆਪ ਨੂੰ ਇੱਕ ਸਹਿ ਦਰਦ ਦੇ ਨਾਲ ਮੰਜੇ ਤੇ ਕਿਉਂ ਸੁੱਟ ਲੈਣਾ ਨਸਤੈਂਕਾ। ਇਹਦਾ ਮਤਲਬ ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਰਹਿੰਦੇ ਹੋ? ਹਾਂ ਨਸਤੈਂਕਾ, ਮੈਂ ਆਪਣੀ ਸਾਰੀ ਜ਼ਿੰਦਗੀ ਇਦਾਂ ਗੁਜ਼ਾਰੀ ਹੈ। ਨਹੀਂ, ਤੇ ਤੁਹਾਨੂੰ ਪਤਾ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵੀ ਇਦਾਂ ਗੁਜ਼ਾਰੀ। ਇਸ ਤਰ੍ਹਾਂ ਨਹੀਂ ਹੋ ਸਕਦਾ। ਨਹੀਂ ਤਾਂ ਮੈਨੂੰ ਵੀ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਦਾਦੀ ਦੇ ਗੋਡੇ ਮੋਢ ਬਤਾਉਣੀ ਪਈ। ਇਦਾਂ ਨਹੀਂ ਹੁੰਦਾ ਨਸਤੈਂਕਾ, ਮੈਂ ਕਈ ਵਾਰ ਸੋਚਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਕਿੱਥੇ ਜਾਇਆ ਕਰ ਦਿੱਤੇ, ਕਿੱਥੇ ਨੇ ਮੇਰੇ ਸੁਪਨੇ। ਪਰ ਨਹੀਂ, ਤੁਹਾਨੂੰ ਮਿਲਣ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਮੈਂ ਘੱਟੋ ਘੱਟ ਆਪਣੀ ਜ਼ਿੰਦਗੀ ਦੀਆਂ 2 ਸ਼ਾਮਾਂ ਤਾਂ ਜ਼ਿੰਦਾ ਰਿਹਾ। 2 ਸ਼ਾਮਾਂ? 2 ਸ਼ਾਮਾਂ ਕੀ ਹੁੰਦੀਆਂ ਨੇ? ਨਸਤੈਂਕਾ, ਤੁਹਾਨੂੰ ਮੈਂ ਕੋਈ ਵੀ ਗੱਲ ਵਧਾ ਚੜਾ ਕੇ ਨਹੀਂ ਦੱਸਦਾ ਪਿਆ, ਇਹ ਖੁਦ ਮੇਰੇ ਨਾਲ ਬੀਤਦਾ। ਮੈਂ ਕਈ ਵਾਰ ਆਪਣੇ ਆਪ ਨੂੰ ਸਵਾਲ ਕਰਦਾ ਕਿ ਮੇਰੇ ਸੁਪਨੇ ਕਿੱਥੇ ਨੇ, ਮੈਂ ਇੰਨੇ ਸਾਲ ਕਿੱਥੇ ਬਤੀਤ ਕਰ ਦਿੱਤੇ ਨੇ। ਕੁਝ ਚਿਰ ਬਾਅਦ ਕੰਬਦਾ ਹੋਇਆ ਬੁਢਾਪਾ, ਫਿਰ ਸਾਰੀ ਜ਼ਿੰਦਗੀ ਸਕਣਾ ਪਾ ਤੇ ਮੇਰੇ ਸਾਰੇ ਸੁਪਨੇ ਪੀਲੇ ਪੱਤਿਆਂ ਵਾਂਗ ਝੜ ਜਾਣਗੇ। ਬਸ ਕਰੋ ਪਲੀਜ਼, ਬਸ ਕਰੋ। ਮੇਰੇ 'ਚ ਹੋਰ ਤਰਸ ਪੈਦਾ ਨਾ ਕਰੋ। ਦੇਖੋ ਨਾ, ਹੁਣ ਅਸੀਂ 2 ਆ ਤੇ ਮੈਂ ਕਿਸੇ ਵੀ ਹਾਲਤ 'ਚ ਤੁਹਾਡੇ ਨਾਲੋਂ ਵੱਖ ਹੋਣ ਵਾਲੀ ਨਹੀਂ ਆ। ਭਾਵੇਂ ਮੈਨੂੰ ਜੋ ਮਰਜ਼ੀ ਹੋ ਜਾਏ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਆਪਣਾ ਦਿਲ ਖੋਲ੍ਹਿਆ ਮੇਰੇ ਸਾਹਮਣੇ। ਚਲੋ ਹੁਣ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਂਦੀ ਹਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਕੋਈ ਚੰਗੀ ਸਲਾਹ ਦਿਓਗੇ। ਸਲਾਹ? ਹਾਂ। ਸਲਾਹ ਤਾਂ ਨਸਤੈਂਕਾ ਅੱਜ ਤੱਕ ਮੈਂ ਆਪਣੇ ਆਪ ਨੂੰ ਨਹੀਂ ਦੇ ਸਕਿਆ, ਤੇ ਉਹ ਵੀ ਚੰਗੀ ਸਲਾਹ। ਪਰ ਨਹੀਂ, ਹੁਣ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਕੋਈ ਚੰਗੀ ਸਲਾਹ ਜ਼ਰੂਰ ਦੇ ਸਕਦਾ। ਪੁੱਛੋ, ਕੀ ਪੁੱਛਣਾ ਚਾਹੁੰਦੇ? ਨਹੀਂ, ਕੋਈ ਚਲਾਕੀ ਵਾਲੀ ਸਲਾਹ ਨਹੀਂ, ਇੱਕ ਸੱਚੀ ਤੇ ਭਰਾਵਾਂ ਵਾਲੀ। ਹਾਂ, ਭਰਾਵਾਂ ਵਰਗੀ। ਮੇਰੀ ਅੱਧੀ ਕਹਾਣੀ ਤਾਂ ਤੁਸੀਂ ਸੁਣੀ ਚੁੱਕੇ ਹੋ ਕਿ ਮੇਰੀ ਇੱਕ ਦਾਦੀ ਹੈ ਤੇ ਉਹ ਅੰਨੀ। ਕਿ ਬਾਕੀ ਦੀ ਅੱਧੀ ਕਹਾਣੀ ਵੀ ਨਹੀਂ ਛੋਟੀ? ਪਲੀਜ਼ ਹੁਣ ਮੈਨੂੰ ਵਿੱਚ ਨਾ ਟੋਕਿਓ। ਅੱਛਾ, ਨਹੀਂ ਟੋਕਾਂਗਾ, ਦੱਸੋ। ਮੇਰੀ ਦਾਦੀ ਬੁੱਢੀ ਹੂੰ। ਜੇ ਮੈਂ ਬਹੁਤ ਛੋਟੀ ਜੀ ਸੀ ਜਦੋਂ ਮੇਰੇ ਮਾਪਿਓ ਪੂਰੇ ਹੋ ਗਏ ਤਾਂ ਉਦੋਂ ਤੋਂ ਹੀ ਮੈਂ ਆਪਣੀ ਦਾਦੀ ਕੋਲ ਰਹੀ ਹਾਂ। ਅੱਛਾ, ਤੁਸੀਂ ਦੋਵੇਂ ਜਾਣੀਆਂ ਇਕੱਲੀਆਂ ਰਹਿੰਦੀਆਂ ਹੋ? ਨਹੀਂ, ਇਕੱਲੀਆਂ ਕਿਉਂ? ਮੇਰੇ ਦਾਦੀ ਦੇ ਉਸ ਘਰ ਦੇ ਉੱਪਰ ਇੱਕ ਮਿਆਨੀ, ਉੱਥੇ ਕੋਈ ਨਾ ਕੋਈ ਕਿਰਾਏਦਾਰ ਜ਼ਰੂਰ ਰਹਿੰਦਾ। ਤੇ ਕਰਨੀ ਰੱਬ ਦੀ ਵੇਖੋ ਕਿ ਇਸ ਵਾਰੀ ਵਾਲਾ ਕਿਰਾਏਦਾਰ ਨੌਜਵਾਨ ਨਿਕਲਿਆ। ਕਿ ਪਹਿਲਾ ਕਿਰਾਏਦਾਰ ਬੁੱਢਾ ਸੀ? ਹਾਂ, ਬੁੱਢਾ ਸੀ ਤੇ ਬਿਮਾਰ ਹੋ ਕੇ ਮਿਆਨੀ 'ਚ ਮਰ ਗਿਆ। ਤੇ ਜਦੋਂ ਨਵਾਂ ਕਿਰਾਏਦਾਰ ਆਇਆ ਨਾ ਤੇ ਮੇਰੇ ਦਾਦੀ ਜੀ ਮੈਨੂੰ ਪੁੱਛਣ ਲੱਗੇ, ਧੀਏ ਜਿਹੜਾ ਨਵਾਂ ਕਿਰਾਏਦਾਰ ਆਇਆ ਏ ਉਹ ਜਵਾਨ ਏ ਕਿ ਬੁੱਢਾ? ਮੈਂ ਕਿਹਾ ਦਾਦੀ ਜੀ ਨਾ ਤੇ ਉਹ ਜਵਾਨ ਏ ਤੇ ਨਾ ਹੀ ਉਹ ਬੁੱਢਾ ਏ। ਅੱਛਾ। ਤੇ ਮੇਰੇ ਦਾਦੀ ਜੀ ਮੈਨੂੰ ਕਹਿਣ ਲੱਗੇ, ਸ਼ਰਮ ਕਰ ਧੀਏ, ਏਦਾਂ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਵੇਖੀਦਾ। ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੇਰੇ ਦਾਦੀ ਜੀ ਮੇਰੇ ਦਿਮਾਗ 'ਚ ਸਾਰੀਆਂ ਗੱਲਾਂ ਕਿਉਂ ਪਾ ਰਹੇ ਨੇ। ਕਿਉਂ? ਪਰ ਇਹ ਖਿਆਲ ਮੈਨੂੰ ਸਿਰਫ ਥੋੜੀ ਦੇਰ ਲਈ ਆਇਆ ਤੇ ਫਿਰ ਇੱਕ ਦਿਨ ਉਹ ਨੌਜਵਾਨ ਮੈਨੂੰ ਪੌੜੀਆਂ 'ਚ ਮਿਲ ਪਿਆ। ਪੌੜੀਆਂ 'ਚ? ਹਾਂ। ਮੈਨੂੰ ਦੇਖ ਕੇ ਉਹਦਾ ਰੰਗ ਲਾਲ ਹੋ ਗਿਆ। ਫਿਰ ਮੈਨੂੰ ਕਹਿਣ ਲੱਗਾ, ਕੀ ਕਹਿਣ ਲੱਗਾ? ਕੀ ਹਾਲ ਹੈ? ਫਿਰ ਤੁਸੀਂ ਕੀ ਕਿਹਾ? ਮੈਂ ਕਿਹਾ ਬਿਲਕੁਲ ਠੀਕ ਹੈ। ਫਿਰ ਇੱਕ ਹਫ਼ਤੇ ਬਾਅਦ ਮੈਨੂੰ ਫਿਰ ਪੌੜੀਆਂ 'ਚ ਮਿਲ ਪਿਆ। ਫਿਰ ਪੌੜੀਆਂ 'ਚ? ਹਾਂ। ਮੈਨੂੰ ਕਹਿਣ ਲੱਗਾ, ਮੇਰੇ ਨਾਲ ਥੀਏਟਰ ਚੱਲੋਗੇ? ਥੀਏਟਰ? ਹਾਂ। ਮੈਂ ਕਿਹਾ ਕਿ ਮੈਂ ਆਪਣੇ ਦਾਦੀ ਜੀ ਨੂੰ ਕੀ ਕਵਾਂਗੀ। ਹਾਂ, ਫਿਰ ਮੈਨੂੰ ਕਹਿਣ ਲੱਗਾ, ਤੂੰ ਆਪਣੇ ਦਾਦੀ ਜੀ ਨੂੰ ਬਿਨਾਂ ਦੱਸੇ ਹੀ ਆ ਜਾਓ। ਫਿਰ ਮੈਂ ਕੀ ਕਿਹਾ ਹੈ? ਕਿ ਮੈਂ ਆਪਣੇ ਦਾਦੀ ਜੀ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ। ਅੱਛਾ, ਫਿਰ ਕੀ ਕਹਿੰਦਾ? ਅਲਵਿਦਾ। ਅਲਵਿਦਾ? ਹਾਂ। ਤੇ ਅਗਲੇ ਦਿਨ ਮੇਰੇ ਦਾਦੀ ਜੀ ਥੀਏਟਰ ਜਾਣ ਲਈ ਮੰਨ ਗਏ।
ਨਾਟਕ ਦਾ ਨਾਂ ਸੀ ਸਵੀਲੇ ਦਾ ਨਾਈ ਤੇ ਮੇਰੇ ਦਾਦੀ ਜੀ ਨੇ ਆਪਣੀ ਜਵਾਨੀ ਵਿੱਚ ਇਸ ਨਾਟਕ 'ਚ ਰੋਲ ਵੀ ਕੀਤਾ ਸੀ ਅੱਛਾ। ਇਸ ਕਰਕੇ ਮੇਰੇ ਦਾਦੀ ਜੀ ਝੱਟ ਮੰਨ ਗਏ ਅੱਛਾ ਤਾਂ ਫੇਰ ਤੁਸੀਂ ਸਵੇਲੇ ਦਾ ਨਾਈ ਵੇਖਿਆ ਹੈ ਹਾਂ। ਕਿਹੋ ਜਿਹਾ ਲੱਗਿਆ? ਨਾਟਕ ਕਿਹੋ ਜਿਹਾ ਲੱਗਿਆ ਇਹ ਤਾਂ ਨਹੀਂ ਮੈਂ ਦੱਸ ਸਕਦੀ ਪਰ ਉਸ ਸ਼ਾਮ ਸਾਡਾ ਉਹ ਕਿਰਾਏਦਾਰ ਮੇਰੇ ਵੱਲ ਇੰਨੀਆਂ ਮਿਹਰ ਭਰੀਆਂ ਨਜ਼ਰਾਂ ਨਾਲ ਦੇਖਦਾ ਰਿਹਾ ਮੇਰੇ ਨਾਲ ਇੰਨੀ ਨਰਮਾਈ ਨਾਲ ਗੱਲਾਂ ਕਰਦਾ ਰਿਹਾ ਜਿਵੇਂ ਮੈਨੂੰ ਇਕੱਲੇ ਥੀਏਟਰ ਲੈ ਜਾਣਾ ਕਹਿ ਕੇ ਉਹ ਮੇਰਾ ਇਮਤਿਹਾਨ ਲੈ ਰਿਹਾ ਸੀ ਅੱਛਾ ਤਾਂ ਫੇਰ ਤੁਸੀਂ ਕਦੇ ਥੀਏਟਰ ਨਹੀਂ ਗਏ? ਗਏ ਹਾਂ ਇੱਕ ਦੋ ਵਾਰੀ ਪਰ ਮੈਨੂੰ ਕੋਈ ਜ਼ਿਆਦਾ ਖੁਸ਼ੀ ਨਹੀਂ ਹੋਈ ਹੂੰ। ਮੈਨੂੰ ਲੱਗਦਾ ਸੀ ਕਿ ਸਾਡਾ ਉਹ ਕਿਰਾਏਦਾਰ ਸਾਡੇ ਵੱਲ ਜ਼ਿਆਦਾ ਆਉਣਾ ਸ਼ੁਰੂ ਕਰ ਦੇਗਾ ਅੱਛਾ। ਪਰ ਉਹ ਸੁੱਕਾ ਹੀ ਆਉਣਾ ਬੰਦ ਕਰ ਦਿੱਤਾ ਤੇ ਜੇ ਕਿਤੇ ਮੈਨੂੰ ਪੌੜੀਆਂ 'ਚ ਵੀ ਮਿਲ ਪੈਂਦਾ ਨਾ ਹਾਂ। ਤਾਂ ਸਿਰ ਝੁਕਾ ਕੇ ਕੋਲੋਂ ਦੀ ਇੰਜ ਲੰਘ ਜਾਂਦਾ ਜਿਵੇਂ ਉਹ ਤਾਂ ਮੇਰੇ ਨਾਲ ਗੱਲ ਕਰਨ ਨੂੰ ਰੂਹ ਹੀ ਨਾ ਕਰਦਾ ਹੋਵੇ ਫਿਰ? ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਕੀ ਹੋ ਗਿਆ ਸੀ? ਮੇਰੇ ਕੋਲ ਟਿਕ ਕੇ ਬੈਠਾ ਨਾ ਜਾਵੇ ਹਾਂ। ਮੈਥੋਂ ਮੇਰੀਆਂ ਸਲਾਈਆਂ ਨਾ ਚੱਲਣ ਮੈਂ ਕਦੀ ਆਪਣੀ ਦਾਦੀ ਨੂੰ ਖਜਾਉਣ ਵਾਸਤੇ ਕੁਝ ਕਰਦੀ ਕਦੀ ਹੱਸਦੀ ਤੇ ਕਦੀ ਸਿਰਫ ਰੋਣ ਲੱਗ ਪੈਂਦੀ ਫੇਰ ਉਹ ਕਦੇ ਨਹੀਂ ਆਇਆ? ਆਇਆ ਇੱਕ ਰਾਤ ਸਿਰਫ ਇੰਨਾ ਕਹਿਣ ਲਈ ਕਿ ਉਹਦੇ ਪੀਟਰਸਬਰਗ ਦੇ ਵਿੱਚ ਕੰਮ ਖਤਮ ਹੋ ਗਏ ਨੇ ਤੇ ਉਹ ਮਾਸਕੋ ਜਾ ਰਹੇ ਸੁਣ ਕੇ ਮੈਨੂੰ ਤਾਂ ਗਸ਼ ਪੈ ਗਈ ਮੈਂ ਸੋਚੀ ਜਾਵਾਂ ਫਿਕਰ ਕਰੀ ਜਾਵਾਂ ਕਚੀਚੀਆਂ ਵੱਟੀ ਜਾਵਾਂ ਫਿਰ ਕੀ ਹੋਇਆ? ਫਿਰ ਮੈਂ ਇੱਕ ਫੈਸਲਾ ਕੀਤਾ ਫੈਸਲਾ? ਕੀ ਫੈਸਲਾ? ਆਖਰੀ ਕਦਮ ਚੁੱਕਣ ਦਾ ਆਖਰੀ ਕਦਮ? ਕਿਹੜਾ ਕਦਮ? ਮੈਂ ਆਪਣੇ ਕੱਪੜੇ ਦੀ ਇੱਕ ਪੋਟਲੀ ਬਣਾਈ ਹਾਂ। ਤੇ ਫਿਆਨੀ ਦੀਆਂ ਪੌੜੀਆਂ ਚੜ੍ਹ ਕੇ ਉਹਦੇ ਕਮਰੇ ਦੇ ਵਿੱਚ ਚਲੀ ਗਈ ਫਿਰ ਮੈਨੂੰ ਵੇਖ ਕੇ ਉਹ ਹੈਰਾਨ ਹੋ ਗਿਆ ਕਿ ਮੈਂ ਸਿਰਫ ਰੋਣ ਲੱਗ ਪਈ ਮੈਨੂੰ ਕਹਿਣ ਲੱਗਾ ਕਿ ਕੀ ਕਹਿਣ ਲੱਗਾ? ਮੈਂ ਗਰੀਬ ਹਾਂ ਤੇ ਮੇਰੇ ਕੋਲ ਕੋਈ ਚੰਗੀ ਨੌਕਰੀ ਵੀ ਨਹੀਂ ਹੈ ਜੇ ਅਸੀਂ ਵਿਆਹ ਕਰਵਾ ਲਿਆ ਤਾਂ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ ਫਿਰ ਤੁਸੀਂ ਕੀ ਕਿਹਾ? ਮੈਂ ਕਿਹਾ ਕਿ ਮੈਂ ਆਪਣੀ ਦਾਦੀ ਕੋਲ ਬਕਸੂਏ ਨਾਲ ਨੱਥੀ ਹੋ ਕੇ ਹੋਰ ਨਹੀਂ ਰਹਿ ਸਕਦੀ ਮੈਂ ਤੁਹਾਡੀ ਮਰਜ਼ੀ ਦੇ ਬਿਨਾਂ ਮਾਸਕੋ ਭੱਜ ਜਾਵਾਂਗੀ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਨਾਂ ਫਿਰ ਕੀ ਕਹਿੰਦਾ? ਕੁਛ ਦਿਨ ਮੇਰੀਆਂ ਗੱਲਾਂ ਚੁੱਪਚਾਪ ਸੁਣਦਾ ਰਿਹਾ ਫਿਰ ਉੱਠਿਆ ਮੇਰੇ ਕੋਲ ਆਇਆ ਮੇਰਾ ਹੱਥ ਫੜਿਆ ਤੇ ਮੈਨੂੰ ਕਹਿਣ ਲੱਗਾ ਕੀ ਕਹਿਣ ਲੱਗਾ? ਕਿ ਮੈਂ ਸਿਰਫ 1 ਸਾਲ ਲਈ ਮਾਸਕੋ ਜਾ ਰਿਹਾ ਜਿੱਥੇ ਮੈਨੂੰ ਪਤਾ ਲੱਗੇਗਾ ਨਾ ਕਿ ਮੇਰੀ ਹਾਲਤ ਵਿਆਹ ਕਰਵਾਉਣ ਵਾਲੀ ਹੋ ਗਈ ਹੈ ਤਾਂ ਮੈਂ ਸਿੱਧਾ ਤੇਰੇ ਕੋਲ ਆ ਜਾਵਾਂਗਾ ਫਿਰ ਤੇ ਨਾਲੇ ਵੀ ਕਿਹਾ ਕੀ ਕਿਹਾ? ਕਿ ਮੇਰੇ ਜਾਣ ਤੋਂ ਬਾਅਦ ਜੇ ਤੈਨੂੰ ਕੋਈ ਹੋਰ ਚੰਗਾ ਲੱਗਣ ਲੱਗ ਪਏ ਨਾ ਤਾਂ ਤੂੰ ਉਹਦੇ ਨਾਲ ਵਿਆਹ ਕਰਵਾ ਲੈ ਮੈਂ ਤੈਨੂੰ ਕਿਸੇ ਵੀ ਵਾਅਦੇ ਨਾਲ ਬੰਨ ਕੇ ਨਹੀਂ ਰੱਖਣਾ ਚਾਹੁੰਦਾ ਫਿਰ ਉਹ ਚਲਾ ਗਿਆ ਪੂਰਾ 1 ਸਾਲ ਹੋ ਗਿਆ ਤੇ 3 ਦਿਨ ਹੋ ਗਏ ਨੇ ਉਹਨੂੰ ਇੱਥੇ ਆਇਆ ਨੂੰ ਪਰ ਨਹੀਂ ਆਇਆ ਨਹੀਂ ਆਇਆ ਨਸਤੈਂਕੋ ਤੁਸੀਂ ਇੰਜ ਰੋ ਨਾ। ਦੇਖੋ ਹੋ ਸਕਦਾ ਉਹ ਇੱਥੇ ਆਇਆ ਹੀ ਨਾ ਹੋਵੇ। ਆਇਆ ਹੋਇਆ ਮੈਂ ਜਾਣਦੀ ਹਾਂ ਉਹ ਆਇਆ ਹੋਇਆ 1 ਸਾਲ ਪਹਿਲਾਂ ਇਸੇ ਜਗ੍ਹਾ ਦੇ ਉੱਤੇ 10 ਵਜੇ ਸਨ ਉਹਨੇ ਮੈਨੂੰ ਆਖਿਆ ਸੀ ਕਿ ਮੈਂ ਜਿਸ ਤਰ੍ਹਾਂ ਹੀ ਵਾਪਸ ਆਵਾਂਗਾ ਨਾ ਸਿੱਧਾ ਤੇਰੇ ਕੋਲ ਆਵਾਂਗਾ ਪਰ 3 ਦਿਨ ਹੋ ਗਏ ਨੇ ਉਹਨੂੰ ਇੱਥੇ ਆਇਆ ਨੂੰ ਪਰ ਨਹੀਂ ਆਇਆ ਦੇਖੋ ਨਸਤੈਂਕਾ ਤੁਸੀਂ ਐਵੇਂ ਦੁਖੀ ਨਾ ਹੋਵੋ। ਦੇਖੋ ਮੈਂ ਤੁਹਾਡੀ ਕੋਈ ਹੈਲਪ ਕਰਾਂ? ਮੈਂ ਤੁਹਾਡਾ ਸੁਨਾਹ ਲੈ ਕੇ ਉਸ ਕੋਲ ਜਾਵਾਂ? ਕਿ ਤੁਸੀਂ ਜਾ ਸਕੋਗੇ ਲੱਗਦਾ ਨਹੀਂ। ਨਸਤੈਂਕਾ ਮੈਨੂੰ ਇੱਕ ਗੱਲ ਹੋਰ ਸੁਝੀ ਜੇ। ਤੁਸੀਂ ਇੰਜ ਕਰੋ ਤੁਸੀਂ ਉਸ ਨੂੰ ਇੱਕ ਚਿੱਠੀ ਲਿਖੋ। ਨਹੀਂ ਇਸ ਤਰ੍ਹਾਂ ਨਹੀਂ ਕਰੀਦਾ ਨਹੀਂ ਤੇ ਉਹਨੂੰ ਲੱਗੇਗਾ ਕਿ ਮੈਂ ਹੀ ਉਹਦੇ ਵੱਲ ਵੱਧਦੀ ਜਾ ਰਹੀ ਦੇਖੋ ਨਸਤੈਂਕਾ ਇਦਾਂ ਨਹੀਂ ਹੁੰਦਾ। ਦੇਖੋ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਆਦਮੀ ਬਹੁਤ ਚੰਗੇ ਦਿਲ ਵਾਲਾ ਹੈ। ਦੇਖੋ ਉਹਨੇ ਤੁਹਾਨੂੰ ਕਿਸੇ ਵੀ ਵਾਅਦੇ ਨਾਲ ਨਹੀਂ ਬੰਨਿਆ ਹੋਇਆ। ਉਸਨੇ ਕਿਹਾ ਹੈ ਤੁਸੀਂ ਜਿੱਥੇ ਮਰਜ਼ੀ ਵਿਆਹ ਕਰਾਓ। ਨਸਤੈਂਕਾ ਚਿੱਠੀ ਤੁਹਾਨੂੰ ਲਿਖਣੀ ਚਾਹੀਦੀ ਹੈ। ਪਰ ਚਿੱਠੀ 'ਚ ਲਿਖਾਂਗੀ ਕੀ ਠੀਕ ਹੈ। ਹਾਂ ਤੁਸੀਂ ਚਿੱਠੀ 'ਚ ਲਿਖੋ ਕਿ ਇੰਨੀ ਬੇਸਬਰੀ ਲਈ ਮਾਫੀ ਚਾਹੁੰਦੀ ਹਾਂ। ਮੈਨੂੰ ਪਤਾ ਹੈ ਤੁਸੀਂ ਇੱਥੇ ਆਏ ਹੋਏ ਹੋ ਪਰ ਤੁਸੀਂ ਮੈਨੂੰ ਵਾਸਤੇ ਨਹੀਂ ਆਏ। ਮੈਂ ਇਹ ਗੱਲ ਕਿਸ ਨਾਲ ਕਰਾਂ? ਮੇਰਾ ਇੱਥੇ ਹੈ ਹੀ ਕੌਣ? ਮੈਨੂੰ ਪਤਾ ਸੀ ਕਿ ਮੇਰੇ ਲਫ਼ਜ਼ ਤੁਹਾਨੂੰ ਠੇਸ ਵੀ ਪਹੁੰਚਾਉਣਗੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ
ਤੇ ਕਰਦੀ ਰਹਾਂਗੀ। ਹਾਂ ਬਿਲਕੁਲ ਏਦਾਂ ਹੀ, ਬਿਲਕੁਲ ਇਹੀ। ਵੇਖੋ ਨਾ, ਤੁਸੀਂ ਮੇਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਨੇ। ਰੱਬ ਨੇ ਖੁਦ ਭੇਜਿਆ ਤੁਹਾਨੂੰ ਮੇਰੇ ਕੋਲ। ਮੈਂ ਤੁਹਾਡਾ ਕਿਸ ਤਰ੍ਹਾਂ ਸ਼ੁਕਰੀਆ ਅਦਾ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਬਈ ਸ਼ੁਕਰੀਆ ਦਾ ਕਾਹਦਾ ਹੈ, ਰੱਬ ਵੱਲੋਂ ਤੁਹਾਡੇ ਕੋਲ ਭੇਜੇ ਜਾਣ ਦਾ। ਹਾਲੋ ਫੜੋ ਚਿੱਠੀ। ਇਹ ਚਿੱਠੀ ਮੇਰੀ ਸਹੇਲੀ ਨੂੰ ਦੇ ਆਉਣਾ, ਉਹ ਆਪੇ ਨੂੰ ਅੱਗੇ ਫੜਾਏਗੀ। ਦਰਅਸਲ ਮੈਂ ਆਪਣੇ ਦਾਦੀ ਜੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ। ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰੀਆ ਅਦਾ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਕਿੰਨਾ ਲਫ਼ਜ਼ਾਂ ਨਾਲ ਸ਼ੁਕਰੀਆ ਅਦਾ ਕਰਾਂ ਕਿ अलविदा। अलविदा। ये कोई सपना था नहीं मेरे सपने आया, या फिर किसे तूने हारी परम दा जाल मिटाया। मेरी किस्मत किसने लिखियां जानन दियां सौगातां, मन दे केड़े कोने सांभा चिट्टियां चिट्टियां रातां, चिट्टियां रातां, चिट्टियां रातां, चिट्टियां रातां, चिट्टियां रातां, चिट्टियां रातां। आ गए तुसी। ਤੁਹਾਨੂੰ ਪਤਾ ਹੈ ਅੱਜ ਮੈਂ ਇੰਨੀ ਖੁਸ਼ ਕਿਉਂ ਆ? ਮੈਂ ਤੁਹਾਡੇ ਨਾਲ ਇੰਨੀ ਖੁਸ਼ ਕਿਉਂ ਆ? ਮੈਨੂੰ ਤੁਹਾਡੇ ਤੇ ਇੰਨਾ ਪਿਆਰ ਕਿਉਂ ਆ ਰਿਹਾ ਹੈ? ਨਹੀਂ ਤਾਂ ਦੱਸੋ। ਮੈਨੂੰ ਤੁਹਾਡੇ ਤੇ ਇੰਨਾ ਪਿਆਰ ਇਸ ਕਰਕੇ ਆ ਰਿਹਾ ਹੈ ਕਿਉਂਕਿ ਤੁਹਾਨੂੰ ਮੇਰੇ ਨਾਲ ਪਿਆਰ ਨਹੀਂ ਹੋ ਗਿਆ। ਵੇਖੋ ਨਾ, ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ, ਉਹਨੇ ਤਾਂ ਮੇਰੇ ਪਿੱਛੇ ਹੀ ਪੈ ਜਾਣਾ ਸੀ, ਹੰਝੂ ਵਹਾਣੇ ਸੀ, ਹੋਕੇ ਭਰਨੇ ਸੀ। ਪਰ ਵੇਖੋ ਨਾ, ਤੁਸੀਂ ਕਿੰਨੇ ਚੰਗੇ ਹੋ, ਕਿੰਨੇ ਕਮਾਲ ਦੇ ਦੋਸਤ ਹੋ ਨਾ ਤੁਸੀਂ। ਰੱਬ ਨੇ ਖੁਦ ਭੇਜਿਆ ਤੁਹਾਨੂੰ ਮੇਰੇ ਕੋਲ। ਜਦੋਂ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਨਾ, ਫਿਰ ਵੀ ਅਸੀਂ ਇੰਨੇ ਗੂੜੇ ਦੋਸਤ ਹੋਵਾਂਗੇ ਤੇ ਮੈਂ ਤੁਹਾਨੂੰ ਵੀ ਉਨਾ ਹੀ ਪਿਆਰ ਕਰਾਂਗੀ ਜਿੰਨਾ ਉਸ ਨੂੰ। ਪਿਆਰ? ਹਾਂ। ਨਸਤੇਕਾ, ਮੈਨੂੰ ਲੱਗਦਾ ਹੈ ਤੁਹਾਨੂੰ ਕੋਈ ਦੌਰਾ ਪੈ ਗਿਆ, ਕਿਉਂਕਿ ਤੁਸੀਂ ਜਾਣ ਲਿਆ ਕਿ ਉਹ ਨਹੀਂ ਆਏਗਾ। ਆਏਗਾ? ਕਿਉਂ ਨਹੀਂ ਆਏਗਾ? ਉਹ ਜ਼ਰੂਰ ਆਏਗਾ। ਮੈਂ ਜਾਣਦੀ ਹਾਂ ਇਸ ਵੇਲੇ ਮੈਂ ਥੋੜੀ ਜਿਹੀ ਡਿਸਟਰਬ ਹਾਂ, ਬਟ ਮੇਰਾ ਰੋਮ ਰੋਮ ਉਡੀਕ ਰਿਹਾ ਹੈ ਉਹਨੂੰ। ਕੀ ਹੋਇਆ? ਤੁਸੀਂ ਡਰ ਕਿਉਂ ਗਏ ਹੋ? ਮੇਰੇ ਹੱਥ ਕਿਉਂ ਛੱਡ ਦਿੱਤਾ ਹੈ ਤੁਸੀਂ? ਤਾਂ ਕੀ ਹੋਇਆ? ਅਸੀਂ ਦੋਵੇਂ ਇਕੱਠੇ ਜਾਵਾਂਗੇ ਉਹਦੇ ਕੋਲ। ਮੈਂ ਚਾਹੁੰਦੀ ਹਾਂ ਕਿ ਉਹ ਵੀ ਵੇਖੇ ਕਿ ਅਸੀਂ ਇੱਕ ਦੂਸਰੇ ਨੂੰ ਕਿੰਨਾ ਪਿਆਰ ਕਰਦੇ ਹਾਂ। ਪਿਆਰ? ਹਾਂ। ਨਸਤੇਕਾ, ਤੁਹਾਨੂੰ ਪਤਾ ਹੈ ਕਿ ਇਸ ਇੱਕ ਲਫ਼ਜ਼ ਦਾ ਮਤਲਬ ਕੀ ਹੁੰਦਾ? ਇਹੋ ਜਿਹਾ ਪਿਆਰ ਮਨ ਤੇ ਬੋਝ ਬਣ ਜਾਂਦਾ ਹੈ। ਨਸਤੇਕਾ, ਮੈਂ ਇਹੋ ਜਿਹਾ ਬੋਝ ਨਹੀਂ ਸਮਝਦਾ। ਤੁਹਾਨੂੰ ਪਤਾ ਨਹੀਂ ਕੱਲ ਰਾਤ ਮੇਰੇ ਨਾਲ ਕੀ ਬੀਤਿਆ। ਕੀ ਬੀਤਿਆ? ਦੱਸੋ। ਤੁਸੀਂ ਅਜੇ ਤੱਕ ਮੈਨੂੰ ਦੱਸਿਆ ਕਿਉਂ ਨਹੀਂ ਹੈ? ਦੱਸੋ ਪਲੀਜ਼। ਕੱਲ ਤੁਹਾਡੀ ਸਹੇਲੀ ਨੂੰ ਚਿੱਠੀ ਦੇਣ ਤੋਂ ਬਾਅਦ ਮੈਂ ਘਰ ਜਾ ਕੇ ਆਰਾਮ ਨਾਲ ਸੌਂ। ਬਸ ਇੰਨਾ ਹੀ? ਹਾਂ, ਇੰਨਾ ਹੀ ਸਮਝੋ। ਨਸਤੇਕਾ, ਮੈਂ ਰੋਜ਼ ਨਾਲੋਂ 1 ਘੰਟਾ ਪਹਿਲੇ ਉੱਠਿਆ, ਪਰ ਮੈਨੂੰ ਲੱਗਾ ਜਿਵੇਂ ਮੈਂ ਸੁੱਤਾ ਹੀ ਨਾ ਹੋਵਾਂ। ਮੈਨੂੰ ਲੱਗਾ ਕਿ ਮੈਂ ਕੋਈ ਨਗਮਾ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਨਗਮਾ ਜਿਹੜਾ ਬਹੁਤ ਦੇਰ ਪਹਿਲਾਂ ਮੈਨੂੰ ਯਾਦ ਸੀ, ਪਰ ਹੁਣ ਕੀ ਬੋਲੀ ਜਾ ਰਹੇ ਹੋ ਤੁਸੀਂ? ਮੈਨੂੰ ਕੁਝ ਸਮਝ ਨਹੀਂ ਜੇ ਆ ਰਿਹਾ। ਨਸਤੇਕਾ, ਮੈਂ ਤੁਹਾਨੂੰ ਸਾਰੀ ਗੱਲ ਮਹਿਸੂਸ ਕਰਾ ਰਿਹਾ। ਪਤਾ ਜੀ, ਮੈਨੂੰ ਕਈ ਵਾਰੀ ਤੁਹਾਡੀਆਂ ਇਹਨਾਂ ਗੱਲਾਂ ਤੇ ਖਿੱਚ ਵੀ ਆਉਂਦੀ ਕਿ ਤੁਹਾਨੂੰ ਮੇਰੇ ਨਾਲ ਪਿਆਰ ਕਿਉਂ ਨਹੀਂ ਹੋ ਗਿਆ। ਇੱਕ ਔਰਤ ਦਾ ਦਿਲ ਬਦਲ ਜਾਂਦਾ ਹੈ। ਸੋ ਪੱਥਰ ਸਾਹਿਬ, ਤੁਹਾਨੂੰ ਮੇਰੇ ਇਸ ਨਿਸੰਗ ਦਿਲ ਦਾ ਥੈਂਕਸ ਕਰਨਾ ਚਾਹੀਦਾ ਹੈ ਕਿ ਮੈਂ ਤੁਹਾਨੂੰ ਹਰ ਗੱਲ ਦੱਸਦੀ ਹਾਂ, ਭਾਵੇਂ ਮੇਰੇ ਮਨ 'ਚ ਆਇਆ ਖਿਆਲ ਝੱਲਿਆਂ ਵਾਲਾ ਹੀ ਕਿਉਂ ਨਾ ਹੋਵੇ। ਨਸਤੇਕਾ, ਹਾਂ 11 ਵੱਜ ਗਏ ਜੀ। ਹਾਂ 11 ਵਜੇ? ਪਰ ਉਹ ਆਇਆ ਕਿਉਂ ਨਹੀਂ? ਨਸਤੇਕਾ, ਮੈਨੂੰ ਲੱਗਦਾ ਕਿ ਉਹਨੂੰ ਤੁਹਾਡੀ ਹਾਲੇ ਚਿੱਠੀ ਨਹੀਂ ਮਿਲੀ। ਜਾਂ ਹੋ ਸਕਦਾ ਉਹ ਜਵਾਬ ਲਿਖਦਾ ਹੋਵੇ, ਪਰ ਇਹ ਵੀ ਹੋ ਸਕਦਾ ਕਿ ਰਾਤ 'ਚ ਕੋਈ ਰੁਕਾਵਟ ਪੈ ਗਈ। ਨਸਤੇਕਾ, ਇੰਜ ਕਰਦੇ ਆ, ਕੱਲ ਮੈਂ ਉਸ ਵਕਤ ਹੀ ਉਸਨੂੰ ਤੁਹਾਡੇ ਕੋਲ ਲੈ ਕੇ ਆਵਾਂਗਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜ਼ਰੂਰ ਕੁਝ ਨਾ ਕੁਝ ਹੋਇਆ ਹੈ।
ਹਾਂ ਤੁਸੀਂ ਕੱਲ ਸਵੇਰੇ ਮੇਰੀ ਚਿੱਠੀ ਦਾ ਜਵਾਬ ਲੈ ਕੇ ਆਓ। ਲੈ ਕੇ ਆਓਗੇ ਨਾ? हाँ हाँ क्यों नहीं। ठीक है उदास क्यों हो गए नस्ता ਮੈਂ ਤੁਹਾਡੇ ਬਾਰੇ ਸੋਚ ਰਹੀ ਹਾਂ। ਮੈਂ ਤੁਹਾਡਾ ਦੋਵਾਂ ਦਾ ਕੰਪੈਰੀਜ਼ਨ ਕਰ ਰਹੀ ਹਾਂ ਕਿ ਉਹ ਤੁਸੀਂ ਕਿਉਂ ਨਹੀਂ, ਉਹ ਤੁਹਾਡੇ ਵਰਗਾ ਕਿਉਂ ਨਹੀਂ। ਤੁਸੀਂ ਬਹੁਤ ਜ਼ਿਆਦਾ ਚੰਗੇ ਹੋ। ਪਿਆਰ ਮੈਂ ਉਹਨੂੰ ਕਰਦੀ ਹਾਂ। ਪਰ ਕਈ ਵਾਰੀ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਤੱਕ ਉਹਨੂੰ ਸਮਝੀ ਨਹੀਂ ਹਾਂ। ਉਹ ਸ਼ੁਰੂ ਤੋਂ ਹੀ ਗੰਭੀਰ ਜਿਹਾ ਘਮੰਡੀ ਜਿਹਾ ਰਿਹਾ ਹੈ ਤੇ ਮੈਂ ਮਹਿਸੂਸ ਕਰਦੀ ਹਾਂ ਕਿ ਮੈਨੂੰ ਹਮੇਸ਼ਾ ਤੋਂ ਹੀ ਉਸ ਦਾ ਡਰ ਰਿਹਾ। ਮੈਨੂੰ ਯਾਦ ਆਉਂਦਾ ਹੈ ਨਾ ਜਦੋਂ ਕਿ ਮੈਂ ਸਭ ਤੋਂ ਪਹਿਲਾਂ ਜਦੋਂ ਪੋਟੀ ਲੈ ਕੇ ਉਹਦੇ ਕਮਰੇ 'ਚ ਗਈ ਸਾਂ ਤੇ ਉਹਨੇ ਕਿਵੇਂ ਤੱਕਿਆ ਸੀ ਮੇਰੇ ਵੱਲ। ਪਰ ਮੇਰੇ ਦਿਲ 'ਚ ਅਜੇ ਵੀ ਉਸ ਵਾਸਤੇ ਪੂਰਾ ਸਤਿਕਾਰ ਹੈ। ਪਰ ਮੈਨੂੰ ਲੱਗਦਾ ਹੈ ਮੈਂ ਉਹਦੇ ਬਰਾਬਰ ਦੀ ਨਹੀਂ ਹਾਂ। नहीं नस्ता ਮੈਨੂੰ ਪਤਾ ਹੈ ਤੁਸੀਂ ਉਸ ਨੂੰ ਬਹੁਤ ਪਿਆਰ ਕਰਦੇ ਹੋ ਤੇ ਮੈਨੂੰ ਇਹ ਵੀ ਪਤਾ ਕਿ ਉਹਨਾਂ ਪਿਆਰ ਤੁਸੀਂ ਆਪਣੇ ਆਪ ਨੂੰ ਨਹੀਂ ਕਰਦੇ ਜਿੰਨਾ ਤੁਸੀਂ ਉਸ ਨੂੰ ਕਰਦੇ ਹੋ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਪਰ ਵੇਖੋ ਨਾ ਤੁਸੀਂ ਮੇਰੇ ਕਰਕੇ ਆਪਣੇ ਆਪ ਦੀ ਬਲੀ ਦੇ ਰਹੇ ਹੋ। ਇਸ ਵਾਸਤੇ ਮੈਂ ਸਿਰਫ ਤੇ ਸਿਰਫ ਤੁਹਾਡੀ ਸ਼ੁਕਰਗੁਜ਼ਾਰ ਹੋ ਸਕਦੀ ਹਾਂ ਜਾਂ ਤੁਹਾਨੂੰ ਢੇਰ ਸਾਰੀਆਂ ਦੁਆਵਾਂ ਦੇ ਸਕਦੀ ਹਾਂ ਕਿ ਰੱਬ ਤੁਹਾਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇਵੇ। ਤੇ ਜਿਸ ਵੀ ਕੁੜੀ ਨੂੰ ਤੁਸੀਂ ਪਿਆਰ ਕਰੋ ਉਹ ਕੁੜੀ ਤੁਹਾਡੇ ਨਾਲ ਇਹਨਾਂ ਖੁਸ਼ੀਆਂ ਨੂੰ ਮਾਣੇ ਤੇ ਉਹ ਕੁੜੀ ਹਮੇਸ਼ਾ ਤੁਹਾਡੇ ਨਾਲ ਜ਼ਰੂਰ ਖੁਸ਼ ਰਹੇਗੀ। ਮੈਂ ਜਾਣਦੀ ਕਿਉਂਕਿ ਮੈਂ ਖੁਦ ਇੱਕ ਔਰਤ ਹਾਂ। ਮੈਂ ਮਹਿਸੂਸ ਕਰ ਸਕਦੀ ਹਾਂ ਕਿ ਜੋ ਮੈਂ ਕਹਿ ਰਹੀ ਹਾਂ ਤੁਸੀਂ ਵੀ ਉਸ ਤੇ ਇਤਬਾਰ ਕਰੋ। ਮੈਨੂੰ ਲੱਗਦਾ ਹੈ ਕਿ ਅੱਜ ਨਹੀਂ ਆਏਗਾ। ਨਸਤਾ ਕੱਲ ਆਏਗਾ। ਕੱਲ ਉਸ ਨੂੰ ਮੈਂ ਲੈ ਕੇ ਆਵਾਂਗਾ। ਠੀਕ ਹੈ ਫਿਰ ਮੈਂ ਚੱਲਦੀ ਹਾਂ। ਅਲਵਿਦਾ। अलविदा। ओ मेरे मालिक ओ मेरे मौला ओ मेरे खुदाया मल छेड़ दे विच खेड बिगाड़ी ये की कहर कमाया अखां खोलण तो पहला ही तड़प के मर गई चाहता किथे छाई माई होइयां मेरियां चिट्टियां रातां चिट्टियां रातां चिट्टियां रातां चिट्टियां रातां चिट्टियां रातां चिट्टियां रातां चिट्टियां रातां। ਆ ਗਏ ਤੁਸੀਂ? ਚਿੱਠੀ ਲੈ ਕੇ ਆਏ ਹੋ? ਕਿੱਥੇ ਚਿੱਠੀ? चिट्ठी ਹਾਂ देखा की गल वो आया नहीं हाले। ਰਹਿਣ ਦਿਓ। ਕਿਸੇ ਚਿੱਠੀ ਦੀ ਕੋਈ ਲੋੜ ਨਹੀਂ। ਜੇ ਉਹ ਮੈਨੂੰ ਇਦਾਂ ਹੀ ਛੱਡ ਦੇਣਾ ਚਾਹੁੰਦਾ ਹੈ ਤਾਂ ਫਿਰ ਠੀਕ ਹੈ। नहीं नस्ते का वो आएगा वो जरूर आएगा। ਪਲੀਜ਼ ਮੈਨੂੰ ਕੋਈ ਤਰਵਾਸ ਨਾ ਦਿਓ। ਮੇਰੇ ਨਾਲ ਉਸ ਦੀ ਗੱਲ ਤੱਕ ਨਾ ਕਰੋ। ਮੈਨੂੰ ਇਹ ਬਿਲਕੁਲ ਨਾ ਕਹੋ ਕਿ ਉਹ ਆਏਗਾ। ਕਿੰਨੀ ਕਠੋਰਤਾ ਕਿੰਨੀ ਦਰਿੰਦਗੀ ਨਾਲ ਉਹਨੇ ਮੈਨੂੰ ਛੱਡਿਆ। ਦੇਖੋ ਨਾ ਕਿੰਨਾ ਦਰਿੰਦਿਆਂ ਵਾਲਾ ਜ਼ੁਲਮ ਕੀਤਾ ਹੈ ਨਾ ਉਹਨੇ। ਇੱਕ ਲਫ਼ਜ਼ ਵੀ ਨਹੀਂ ਲਿਖਿਆ। ਘੱਟੋ ਘੱਟ ਇੰਨਾ ਹੀ ਲਿਖ ਦਿੰਦਾ ਕਿ ਹੁਣ ਉਹਨੂੰ ਮੇਰੀ ਲੋੜ ਨਹੀਂ ਹੈ। ਧਿਰਕਾਰ ਦਿੱਤਾ ਹੈ ਉਹਨੇ ਮੈਨੂੰ। ਪੂਰੇ 3 ਦਿਨਾਂ ਦੇ ਵਿੱਚ ਇੱਕ ਸੱਤਰ ਵੀ ਨਹੀਂ ਲਿਖੇ। ਇੱਕ ਨਿਮਾਣੀ ਜਿਹੀ ਇੱਕ ਨਿਹੱਥੀ ਕੁੜੀ ਦੀ ਬੇਇੱਜ਼ਤੀ ਕਰਨਾ, ਉਹਨੂੰ ਦੁੱਖ ਦੇਣਾ ਕਿੰਨਾ ਸੌਖਾ ਲੱਗਦਾ ਹੈ ਨਾ ਉਹਨੂੰ। ਮੇਰਾ ਕੀ ਕਸੂਰ ਸੀ? ਕੀ ਕਸੂਰ ਸੀ ਮੇਰਾ? ਸਿਰਫ ਇੰਨਾ ਹੀ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ। ਜਦੋਂ ਮੈਨੂੰ ਯਾਦ ਆਉਂਦਾ ਹੈ ਨਾ ਕਿ ਸਭ ਤੋਂ ਪਹਿਲਾਂ ਪੋਟਲੀ ਲੈ ਕੇ ਮੈਂ ਗਈ ਸੌ ਦੇ ਕਮਰੇ 'ਚ
कल उसको आप जावांगा हाँ, हाँ, उसको मैं सारी गल दसांगा फिर मैं उसको गल पूछांगा फिर तुसी एक चिट्ठी नूं हो लिखो बस मेरे दोस्त बस एक लफ्ज भी नहीं, एक सत्तर भी नहीं। हुण मैं ਉਹਨੂੰ ਜਾਣਦੀ ਨਹੀਂ ਤੇ ਹੁਣ ਮੈਂ ਉਹਨੂੰ ਪਿਆਰ ਵੀ ਨਹੀਂ ਕਰਦੀ, ਭੁੱਲ ਜਾਵਾਂਗੀ ਉਹਨੂੰ ਮੈਂ। चुप करो इंस्पेक्टर सबर तो काम लो ਮੈਨੂੰ ਦੱਸੋ, ਜੇ ਤੁਸੀਂ ਉਸ ਦੀ ਜਗ੍ਹਾ ਤੇ ਹੁੰਦੇ ਤਾਂ ਤੁਸੀਂ ਤਾਂ ਇਸ ਤਰ੍ਹਾਂ ਨਾ ਕਰਦੇ। ਹਾਂ? ਜਿਹੜੀ ਕੁੜੀ ਤੁਹਾਡੇ ਕੋਲ ਆਪ ਚੱਲ ਕੇ ਆਈ ਹੁੰਦੀ, ਉਸ ਨੂੰ ਤੁਸੀਂ ਇਸ ਤਰ੍ਹਾਂ ਦੇ ਨਾ ਛੱਡ ਦਿੰਦੇ, ਜਾਂ ਉਸ ਦੇ ਨਿਮਾਣੇ ਜਿਹੇ ਦਿਲ ਵਾਸਤੇ ਆਪਣੀ ਨਫ਼ਰਤ ਉਹਦੇ ਮੂੰਹ ਤੇ ਮਾਰਦੇ। ਇੱਕ ਪਲ ਲਈ ਵੀ ਉਸ ਦਾ ਖਿਆਲ ਨਾ ਕਰਦੇ ਤੁਸੀਂ, ਜਾਂ ਤੁਸੀਂ ਇਹ ਮਹਿਸੂਸ ਨਾ ਕਰਦੇ ਕਿ ਉਹ ਕੱਲੀ ਕਾਰੀ ਸੀ ਤੇ ਉਸ ਵਿਚਾਰੀ ਨੂੰ ਆਪਣੇ ਆਪ ਨੂੰ ਤੁਹਾਡੇ ਪਿਆਰ ਤੋਂ ਬਚਾਉਣ ਦੀ ਜਾਂਚ ਨਹੀਂ ਸੀ ਹੁੰਦੀ ਕਿ ਕਸੂਰ ਉਸ ਦਾ ਨਹੀਂ ਸੀ, ਗਲਤੀ ਉਸ ਦੀ ਨਹੀਂ ਸੀ। ਦੱਸੋ। इंस्पेक्टर ਮੈਨੂੰ ਲੱਗਦਾ ਕਿ ਹੁਣ ਮੈਨੂੰ ਸਾਰੀ ਗੱਲ ਤੁਹਾਨੂੰ ਦੱਸ ਦੇਣੀ ਚਾਹੀਦੀ ਕਿਹੜੀ ਗੱਲ? ਮੈਨੂੰ ਪਤਾ ਹੈ ਕਿ ਇਸ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਮੈਨੂੰ ਇਹ ਵੀ ਪਤਾ ਕਿ ਇਸ ਮਸਲੇ ਦਾ ਕੋਈ ਹੱਲ ਵੀ ਨਹੀਂ ਨਿਕਲਦਾ ਪਰ ਇੰਸਪੈਕਟਰ ਮੈਂ ਹੋਰ ਬੋਝ ਆਪਣੇ ਦਿਲ ਤੇ ਨਹੀਂ ਲਾ ਸਕਦਾ ਇੰਸਪੈਕਟਰ ਗੱਲ ਇਹ ਕਿ ਦੱਸੋ। ਮੈਂ ਤੁਹਾਨੂੰ ਪਿਆਰ ਕਰਦਾ ਇੰਸਪੈਕਟਰ ਮੈਂ ਜਾਣਦੀ ਹਾਂ ਕਿ ਤੁਹਾਨੂੰ ਮੇਰੀ ਪਰਵਾਹ ਹੈ, ਕੁਝ ਭਰਾਵਾਂ ਵਰਗਾ ਪਿਆਰ ਹੈ ਨਾ। ਨਹੀਂ ਇੰਸਪੈਕਟਰ ਪਹਿਲਾਂ ਉਦੋਂ ਦਾ ਪਿਆਰ ਸੀ ਪਰ ਹੁਣ ਉਹ ਵਾਲਾ ਪਿਆਰ ਜਿਹੜਾ ਤੁਹਾਡੇ ਦਿਲ ਵਿੱਚ ਉਦੋਂ ਸੀ ਜਦੋਂ ਤੁਸੀਂ ਪੋਟਲੀ ਚੁੱਕ ਕੇ ਉਹਦੇ ਕਮਰੇ ਵਿੱਚ ਚਲੇ ਗਏ ਸੀ। ਹਾਂ ਇੰਸਪੈਕਟਰ ਉਹ ਜਿਹਾ ਪਿਆਰ ਸਗੋਂ ਉਸ ਤੋਂ ਵੀ ਜ਼ਿਆਦਾ ਪਿਆਰ ਇੰਸਪੈਕਟਰ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕੀ ਕਹਿ ਰਹੇ ਹੋ। ਇੰਸਪੈਕਟਰ ਮੈਨੂੰ ਪਤਾ ਹੈ ਕਿ ਮੈਨੂੰ ਇਹ ਗੱਲ ਦੱਸਣੀ ਨਹੀਂ ਚਾਹੀਦੀ ਸੀ ਪਰ ਮੈਂ ਕੀ ਕਰਦਾ। ਗੱਲ ਤੁਸੀਂ ਪਹਿਲਾਂ ਸ਼ੁਰੂ ਕੀਤੀ ਸੀ, ਸਾਰਾ ਕਸੂਰ ਤੁਹਾਡਾ ਹੈ। ਇੰਸਪੈਕਟਰ ਤੁਸੀਂ ਐਵੇਂ ਮੈਨੂੰ ਪਰਾਂ ਨਹੀਂ ਤੱਕ ਸਕਦੇ ਇੰਸਪੈਕਟਰ। ਮੈਂ ਤੁਹਾਨੂੰ ਪਰਾਂ ਨਹੀਂ ਤੱਕ ਰਹੀ। ਇੰਸਪੈਕਟਰ ਮੈਨੂੰ ਪਤਾ ਹੈ ਤੁਸੀਂ ਨਾਰਾਜ਼ ਹੋਵੋਗੇ, ਤੁਸੀਂ ਸੋਚਦੇ ਹੋਵੋਗੇ ਕਿ ਮੈਂ ਮੌਕੇ ਦਾ ਫਾਇਦਾ ਉਠਾ ਰਿਹਾ। ਇੰਸਪੈਕਟਰ ਮੈਂ ਤੁਹਾਡਾ ਦੋਸਤ ਸੀ ਤੇ ਦੋਸਤ ਰਵਾਂਗਾ। ਇੰਸਪੈਕਟਰ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਪੂਰੀ ਦਿਲੋਂ ਕਹਿ ਰਿਹਾ। ਇੰਸਪੈਕਟਰ ਜਦੋਂ ਤੁਸੀਂ ਰੋ ਰਹੇ ਸੀ ਮੈਨੂੰ ਲੱਗਾ ਕਿ ਤੁਹਾਡਾ ਪਿਆਰ ਦੁਰਕਾਰਿਆ ਜਾ ਰਿਹਾ, ਉਹਨੂੰ ਤੁਹਾਡੀ ਕੋਈ ਪਰਵਾਹ ਹੀ ਨਹੀਂ। ਇੰਸਪੈਕਟਰ ਜਿੰਨਾ ਪਿਆਰ ਤੁਹਾਨੂੰ ਮੈਂ ਕਰਦਾ ਕਾਸ਼ ਤੁਸੀਂ ਵੀ ਮੈਨੂੰ ਉਹਨਾਂ ਪਿਆਰ ਕਰਦੇ ਹੋ ਪਰ ਨਹੀਂ। ਹੁਣ ਮੈਂ ਤੁਹਾਡੇ ਤੇ ਹੋਰ ਬੋਝ ਨਹੀਂ ਬਣਾਂਗਾ, ਤੁਹਾਨੂੰ ਮੈਂ ਦੁਖੀ ਨਹੀਂ ਕਰਾਂਗਾ ਇੰਸਪੈਕਟਰ। ਮੈਂ ਚਲਾ ਜਾਵਾਂਗਾ। ਸੁਣੋ, ਠਹਿਰੋ। ਕੀ ਤੁਸੀਂ ਉਡੀਕ ਨਹੀਂ ਸਕਦੇ? ਉਡੀਕ ਕਾਹਦੇ ਲਈ ਇੰਸਪੈਕਟਰ? ਮੈਂ ਉਸ ਨੂੰ ਪਿਆਰ ਕਰਦੀ, ਇਹ ਮੁੱਕ ਜਾਏਗਾ, ਇਸ ਨੂੰ ਮੁੱਕਣਾ ਪਏਗਾ। ਮੈਂ ਮਹਿਸੂਸ ਕਰਦੀ ਹਾਂ ਕਿ ਅੱਜ ਰਾਤ ਇਹ ਸਾਰਾ ਕੁਝ ਖਤਮ ਹੋ ਜਾਏਗਾ ਕਿਉਂਕਿ ਮੈਂ ਉਸ ਨੂੰ ਨਫ਼ਰਤ ਕਰਦੀ ਹਾਂ। ਇਸ ਲਈ ਕਿਉਂਕਿ ਉਸਨੇ ਮੇਰੇ ਨਾਲ ਨਫ਼ਰਤ ਵਾਲਾ ਵਰਤਾਓ ਕੀਤਾ ਤੇ ਤੁਸੀਂ ਹਰ ਪਲ ਰੋਏ ਹੋ ਮੇਰੇ ਨਾਲ। ਇਸ ਲਈ ਕਿਉਂਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਰ ਉਸਨੇ ਮੈਨੂੰ ਕਦੇ ਪਿਆਰ ਕੀਤਾ ਹੀ ਨਹੀਂ। ਇਸ ਲਈ ਕਿਉਂਕਿ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ। ਹਾਂ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਇਸ ਲਈ ਕਿਉਂਕਿ ਤੁਸੀਂ ਬੜੇ ਖਰੇ। ਇਸ ਲਈ ਪਰ ਤੁਸੀਂ ਇਹ ਬਿਲਕੁਲ
बिल्कुल ना सोचना कि मैं अपने प्यार च बहुत कच्ची बहुत उड़नहार हूं। मैं पूरा 1 साल मैं उसको प्यार किया, पूरा 1 साल मैं उसको उड़ीकिया, पर उसने मेरे प्यार की खिल्ली उड़ाई है। उसने मेरे प्यार की पत्त लाई है। उसने मैनू सल्लिया। चलो चंगा होया, नहीं तो बाद विच मैनू मायूसी होनी सी। हुण सारा कुछ खत्म हो गया ते मैं जानदी हां कि तुहाडा प्यार इन्ने जोर वाला है कि उसके प्यार नूं मेरे मन चों कड्ढण च मेरी मदद जरूर करेगा। ते जे तुसीं मैनू सारी जिंदगी इस तरह ही प्यार करते रहोगे ना, तो मैं सौं खानी है कि मेरा प्यार तुहाडे काबिल होएगा। मेरा हाथ पड़ोगे, नस्तैका बस हुण होर कुछ नहीं, एक लफ्ज भी नहीं। हुण सारा कुछ किया जा चुका है, सुनिया जा चुके। हुण तुसीं भी खुश हो ते मैं भी बहुत खुश हूं। सब कुछ ठीक हो गया। हाँ नस्तैका, बस बिल्कुल ठीक। आओ बैठो, कोई और गल करिए नस्तैका। देखो ना, चंद कितना सोहना लग रहा है। हाँ नस्तैका, ते तारे भी। हाँ, रात दा पंछी आकाश च उड़दा जा रहा, ते उसदे सफेद खंभ चंद दी चांदनी विच किन्ने चमक रहे ने ना। देखो बेचारा इकल्ला ही उड़दा जा रहा है। हाँ नस्तैका, बिल्कुल कल्ला ही। मेरे बाप, तुहानू पता नस्तैका, मैं कई बार इस शहर दी गलियां च ਏਦਾਂ ਹੀ ਕੱਲਾ ਫਿਰਦਾ ਹੁੰਦਾ ਸੀ। कल असी दो हो जावांगे। ਨਸਤੈਂਕਾ, ਅਸੀਂ ਕੱਲ ਦੋ ਹੋ ਜਾਵਾਂਗੇ। ਪਰ ਨਸਤੈਂਕਾ ਮੇਰੇ ਕੋਲ ਕੋਈ ਪੈਸਾ ਨਹੀਂ। ਤਾਂ ਕੀ ਹੋਇਆ, ਆਪਣੇ ਦਾਦੀ ਜੀ ਨੂੰ ਪੈਨਸ਼ਨ ਵੀ ਤਾਂ ਮਿਲਦੀ ਹੈ ਨਾ। ਸਾਨੂੰ ਆਪਣੇ ਦਾਦੀ ਜੀ ਨੂੰ ਕੋਲ ਰੱਖਣਾ ਪਏਗਾ। ਸਾਡੇ ਦਾਦੀ ਜੀ ਸਾਡੇ ਤੇ ਬੋਝ ਨਹੀਂ ਬਣਨ ਲੱਗੇ। ਹਾਂ ਨਸਤੈਂਕਾ, ਅਸੀਂ ਉਹਨਾਂ ਨੂੰ ਆਪਣੇ ਕੋਲ ਰੱਖਾਂਗੇ। ਹਾਂ, ਤੁਸੀਂ ਏਦਾਂ ਕਰੋ, ਤੁਸੀਂ ਸਾਡੇ ਘਰ ਹੀ ਆ ਜਾਓ। ਘਰ? ਹਾਂ, ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਘਰ ਦੇ ਉੱਪਰ ਇੱਕ ਮਿਆਨੀ ਹੈ ਤੇ ਹੁਣ ਉਹ ਖਾਲੀ ਹੈ। ਤੇ ਮੇਰੇ ਦਾਦੀ ਜੀ ਸ਼ੁਰੂ ਤੋਂ ਹੀ ਉਹ ਮਿਆਨੀ ਕਿਸੇ ਨੌਜਵਾਨ ਨੂੰ ਦੇਣਾ ਚਾਹੁੰਦੇ ਸੀ। ਮੈਂ ਇੱਕ ਦਿਨ ਪੁੱਛਿਆ ਕਿ ਦਾਦੀ ਜੀ ਸਿਰਫ ਨੌਜਵਾਨ ਨੂੰ ਹੀ ਕਿਉਂ? ਤੇ ਮੇਰੇ ਦਾਦੀ ਜੀ ਮੈਨੂੰ ਕਹਿਣ ਲੱਗੇ, ਬਸ ਵੈਸੇ ਹੀ। ਪਰ ਧੀਏ, ਤੂੰ ਇਹ ਨਾ ਸੋਚੀ ਕਿ ਮੈਂ ਤੇਰੇ ਲਈ ਕੋਈ ਮੁੰਡਾ ਲੱਭ ਰਹੀ ਹਾਂ। ਇਸ ਕਰਕੇ ਨਾ ਜਿੰਨੀ ਜਲਦੀ ਹੋ ਸਕਦਾ ਤੁਸੀਂ ਸਾਡੇ ਘਰ ਆ ਜਾਓ। ਮੈਂ ਕੱਲ ਹੀ ਆ ਜਾਵਾਂਗਾ। ਠੀਕ ਹੈ। ਹਾਂ। ਕਾਫੀ ਕਵੇਲਾ ਹੋ ਗਿਆ, ਮੈਨੂੰ ਹੁਣ ਚੱਲਣਾ ਚਾਹੀਦਾ। ਪਰ ਨਸਤੈਂਕਾ, ਅੱਜ ਮੈਨੂੰ ਨੀਂਦ ਨਹੀਂ ਆਉਣੀ। ਮੈਂ ਬਹੁਤ ਖੁਸ਼ ਹਾਂ ਨਸਤੈਂਕਾ। ਤੇ ਨੀਂਦ ਤਾਂ ਮੈਨੂੰ ਵੀ ਨਹੀਂ ਆਉਣੀ, ਪਰ ਘਰ ਤੇ ਮੈਨੂੰ ਜਾਣਾ ਹੀ ਪਏਗਾ ਨਾ। ਮੈਨੂੰ ਘਰ ਛੱਡ ਆਓਗੇ? ਹਾਂ ਜ਼ਰੂਰ। ਦੇਖੋ ਨਸਤੈਂਕਾ, ਅੱਜ ਅਸਮਾਨ ਕਿੰਨਾ ਸਾਫ਼, ਤਾਰੇ ਵੀ ਪੂਰੇ ਚਮਕ ਰਹੇ ਨੇ। ਦੇਖੋ ਚੰਦ ਕਿੰਨਾ ਸੋਹਣਾ ਲੱਗ ਰਿਹਾ ਤੇ ਇੱਕ ਨੀਲੀ ਬਦਲੀ ਚੰਦ ਦੇ ਉੱਪਰ ਆ ਕੇ ਖਲੋ ਗਈ। पर नस्तैंका, वो चांद तो दूर को जा रही है। वो बदली चांद तो दूर को जा रही है। नस्तैंका, नस्तैंका ये कौन है? ओए,
ਮੈਨੂੰ। ਮੈਂ ਤੁਹਾਨੂੰ ਤੇ ਆਪਣੇ ਆਪ ਨੂੰ ਧੋਖਾ ਦਿੱਤਾ ਹੈ। ਪਰ ਮੈਂ ਆਪਣੇ ਕਹਿਣੇ ਤੋਂ ਬਿਲਕੁਲ ਨਹੀਂ ਮੁੱਕਰੀ। ਮੈਂ ਅਜੇ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਪਿਆਰ ਤੋਂ ਵੀ ਕੁਝ ਵੱਧ। ਕਾਸ਼ ਕਦੇ ਮੈਂ ਇੱਕੋ ਵੇਲੇ ਤੁਹਾਨੂੰ ਦੋਵਾਂ ਨੂੰ ਪਿਆਰ ਕਰ ਸਕਾਂ। ਕਾਸ਼ ਜੇ ਕਦੇ ਉਹ ਤੁਸੀਂ ਹੁੰਦੇ, ਜੇ ਕਦੇ ਤੁਸੀਂ ਉਹ ਹੁੰਦੇ। ਮੈਂ ਜਾਣਦੀ ਹਾਂ ਕਿ ਤੁਸੀਂ ਇਸ ਵੇਲੇ ਬੜੇ ਦੁਖੀ ਹੋ, ਬਹੁਤ ਉਦਾਸ ਹੋ ਤੁਸੀਂ। ਮੈਂ ਤੁਹਾਨੂੰ ਜ਼ਖਮ ਦਿੱਤਾ, ਦੂੰਗਾ ਜ਼ਖਮ, ਪਰ ਮੈਂ ਤੁਹਾਡੀ ਸ਼ੁਕਰਗੁਜ਼ਾਰ ਉਹਨਾਂ ਪਲਾਂ ਲਈ ਜੋ ਇੱਕ ਮਿੱਠੇ ਸੁਪਨੇ ਵਾਂਗ ਜਾਗਣ ਤੋਂ ਬਾਅਦ ਵੀ ਹਮੇਸ਼ਾ ਮੇਰੇ ਨਾਲ ਰਹਿੰਦੇ। ਤੇ ਮੈਂ ਜਾਣਦੀ ਹਾਂ ਕਿ ਤੁਸੀਂ ਮੈਨੂੰ ਮਾਫ ਜ਼ਰੂਰ ਕਰ ਦਿਓਗੇ, ਕਿਉਂਕਿ ਤੁਸੀਂ ਪਿਆਰ ਕਰਦੇ ਹੋ ਮੈਨੂੰ। ਤੇ ਜੇ ਤੁਸੀਂ ਮੈਨੂੰ ਮਾਫ ਕਰ ਦਿਓਗੇ ਨਾ, ਤਾਂ ਮੈਂ ਸਹੁੰ ਖਾਂਦੀ ਹਾਂ ਕਿ ਮੈਂ ਤੁਹਾਡੀ ਯਾਦ ਨੂੰ ਹਰ ਵੇਲੇ ਆਪਣੇ ਸੀਨੇ ਨਾਲ ਲਾ ਕੇ ਰੱਖਾਂਗੀ। ਇਸ ਨਾਲ ਕਦੇ ਵੀ ਛਲ ਨਹੀਂ ਕਰਾਂਗੀ। ਮੈਂ ਹਮੇਸ਼ਾ ਵਫਾ ਪਾਲਾਂਗੀ। ਅਗਲੇ ਹਫਤੇ ਮੇਰਾ ਉਹਦੇ ਨਾਲ ਵਿਆਹ ਹੋਣਾ। ਉਹ ਮੇਰੇ ਨਾਲ ਪਿਆਰ ਕਰਦਾ ਵਾਪਸ ਆਇਆ। ਪਰ ਪਲੀਜ਼ ਤੁਸੀਂ ਗੁੱਸਾ ਨਾ ਮਨਾਉਣਾ, ਮੈਂ ਉਹਨੂੰ ਲੈ ਕੇ ਤੁਹਾਡੇ ਕੋਲ ਆਵਾਂਗੀ। ਸਾਨੂੰ ਦੋਵਾਂ ਨੂੰ ਆਪਣਾ ਪਿਆਰ ਦੇ ਪਲੀਜ਼, ਮੈਂ ਮਿਹਨਤ ਕਰਦੀ। क्यों अपनी मैं गलत सोचा सोच के उदास हूं? क्यों मैं तेरे खुशी दे पड़ां नूं अपनी उदासी दे बदलां नाल टक्का? क्यों तेनू मैं कोई कौड़ा मेड़ा दियां? क्यों मैं तेरे फुल्लां चों किसे एक फुल नूं मिद्दां ਜਿਹੜੇ ਤੂੰ ਆਪਣੇ ਵਾਲਾਂ ਤੇ ਉਸ ਵੇਲੇ ਸਜਾਉਣੇ ਨੇ ਜਦੋਂ ਤੂੰ ਉਹਦੇ ਨਾਲ ਵਿਆਹ ਵਾਲੀ ਬੇਦੀ ਤੇ ਬਹਿਣਾ? नहीं नस्तैका नहीं। तू जड़े अपने खुशी दे पलां दे नाल मेरे कलापे ने दूर कीता, मैं तेरा हमेशा शुक्रगुजार रहांगा। रब करे तेरे चेहरे ते ऐदां ही सारियां खुशियां लिश लिश करदियां रहन, तू हमेशा ਉਹਦੇ ਨਾਲ खुश रहे। कि इन्ना काफी नहीं जिंदगी जीन लई? ओ सुपने दी जाई कुड़िए शुक्र करा किंज तेरा, जो कुछ पलां दा साथ तू दिता रहिंदी उम्र बथेरा। सदा ही तेरे उपर बरसन खुशी दियां बरसातां, तेरा साथ कदे ना छड्डण तेरियां चिट्टियां रातां। चिट्टियां रातां चिट्टियां अमन हुरां दी स्क्रिप्ट मंच रंगमंच दे कलाकारां दी पेशकश तुहाडे सामने। और कलाकार पेश कर रहे सन अमनप्रीत बल नस्तैका दे रोल विच, और सुपने साज दे रोल विच गुरतेज मान, विशु शर्मा संगीत ते साडे नाल सोनी ढोलक ते, और हरिंदर सोल